ਦੂਜੀ ਔਰਤ ਨਾਵਲ, ਜੋ ਕਿ ਸਿਮਰਨ ਲੁਧਿਆਣਵੀ ਵੱਲੋਂ ਲਿਖਿਆ ਗਿਆ ਨਾਵਲ ਹੈ, ਬਹੁਤ ਹੀ ਸੋਹਣਾ ਨਾਵਲ ਹੈ। ਆਓ ਇਸ ਨੂੰ ਸ਼ੁਰੂ ਕਰੀਏ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਇਹਨਾਂ ਦੇ ਪਹਿਲੇ ਭਾਗ ਤੁਸੀਂ ਚੈਨਲ 'ਤੇ ਜਾ ਕੇ ਸੁਣ ਸਕਦੇ ਹੋ। ਹੋਰ ਵੀ ਕਹਾਣੀਆਂ ਤੁਸੀਂ ਸੁਣ ਸਕਦੇ ਹੋ। ਜੇ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਉਸ ਨੂੰ ਯਾਦ ਆਉਂਦਾ ਹੈ ਕਿ ਹਾਲੇ ਕੱਲ੍ਹ ਹੀ ਉਹਦੇ ਪਿੰਡ ਕਿਸੇ ਮੁੰਡੇ ਨੇ ਵਾਕਈ ਹੀ ਕਿਸੇ ਦੀ ਕੁੜੀ ਕੱਢ ਲਿਆਂਦੀ ਸੀ। ਕੁੜੀ ਨਾਲ ਦੀ ਪਿੰਡ ਦੀ ਸੀ। ਦੋਵੇਂ ਇੱਕ ਦੂਸਰੇ ਨੂੰ ਪਸੰਦ ਕਰਦੇ ਸਨ, ਵਿਆਹ ਵੀ ਕਰਾਉਣਾ ਚਾਹੁੰਦੇ ਸਨ, ਪਰ ਜਾਤ ਮੇਲ ਨਹੀਂ ਸੀ ਖਾਂਦੀ। ਇਸ ਤੇ ਦੋਵਾਂ ਨੇ ਬੇਸ਼ੱਕ ਭੱਜ ਕੇ ਵਿਆਹ ਤਾਂ ਕਰਵਾ ਲਿਆ, ਪਰ ਇਸ ਹਰਕਤ ਦੀ ਸਜ਼ਾ ਉਹਨਾਂ ਦੋਹਾਂ ਸਮੇਤ ਉਹਨਾਂ ਦੇ ਪਰਿਵਾਰਾਂ ਨੂੰ ਵੀ ਝੱਲਣੀ ਪਈ। ਲੋਕਾਂ ਨੇ ਦੋਵਾਂ ਦੇ ਪਰਿਵਾਰਾਂ ਨੂੰ ਖੂਬ ਪੰਡਿਆ। ਅਖੀਰ ਮੁੰਡੇ ਤੇ ਉਹਦੇ ਪਰਿਵਾਰ ਨੂੰ ਪਿੰਡ 'ਚੋਂ ਹੀ ਨਿਕਾਲਾ ਦੇ ਦਿੱਤਾ ਗਿਆ। ਦੂਜੇ ਪਾਸੇ ਕੁੜੀ ਦੇ ਪਰਿਵਾਰ ਵਾਲਿਆਂ ਦੀ ਗੱਲ ਵੀ ਸਾਰੀ ਉਮਰ ਜਲਦ ਪੈ ਗਈ। ਭਾਵੇਂ ਜੋ ਕੁਝ ਵੀ ਹੋਇਆ ਇਸ ਵਿੱਚ ਗਲਤੀ ਕਿਸੇ ਦੀ ਵੀ ਨਹੀਂ ਸੀ। ਨਾ ਪਿਆਰ ਪਾਉਣਾ ਗਲਤ ਸੀ ਅਤੇ ਨਾ ਵਿਆਹ ਕਰਾਉਣਾ, ਪਰ ਫਿਰ ਵੀ ਵਿਰੋਧ ਚੌਂ ਪਾਸਿਓਂ ਹੀ ਹੋਇਆ ਸੀ। ਇਸ ਲਈ ਨਹੀਂ ਕਿ ਦੋਵਾਂ ਨੇ ਭੱਜ ਕੇ ਵਿਆਹ ਕਰਵਾਇਆ ਸੀ, ਬਲਕਿ ਇਸ ਲਈ ਕਿ ਦੋਵਾਂ ਨੇ ਵਿਆਹ ਕਰਵਾਇਆ ਹੀ ਕਿਉਂ ਸੀ। ਉਪਰੋਕਤ ਸਾਡੇ ਸਮਾਜ ਵਿੱਚ ਜਾਤ ਦੇ ਅੰਤਰ ਵਿਆਹੀ ਹੋਣ ਦੀ ਭੂਮਿਕਾ ਨੂੰ ਇਹ ਦਰਸਾਉਂਦਾ ਹੈ ਨਾਵਲ। ਕੁੜੀ ਅਤੇ ਮੁੰਡੇ ਨੇ ਸਮਾਜ ਤੋਂ ਉੱਤੇ ਉੱਠ ਕੇ ਫੈਸਲਾ ਲਿਆ, ਕਿਉਂ ਜੋ ਜ਼ਿੰਦਗੀ ਉਹਨਾਂ ਦੀ ਆਪਣੀ ਸੀ ਅਤੇ ਇਹ ਜ਼ਿੰਦਗੀ ਉਹ ਪਹਿਲੋਂ ਹੀ ਇੱਕ ਦੂਜੇ ਦੇ ਨਾਵਾਂ ਲਿਖ ਚੁੱਕੇ ਸਨ। ਉਹ ਇੱਕ ਦੂਜੇ ਨੂੰ ਬੇਇੰਤਹਾ ਮੁਹੱਬਤ ਕਰਦੇ ਸਨ ਅਤੇ ਇਹ ਮੁਹੱਬਤ ਜਿਸਮਾਂ ਦੀ ਨਹੀਂ ਬਲਕਿ ਦੋ ਰੂਹਾਂ ਦੀ ਸੀ। ਫਿਰ ਰੂਹਾਂ ਦੀ ਇਸ ਮੁਹੱਬਤ ਵਿੱਚ ਜਾਤਾਂ ਜਾਂ ਉਪਜਾਤਾਂ ਦਾ ਕੀ ਕੰਮ? ਹੈਰਤ ਦੀ ਗੱਲ ਹੈ, ਜਿਸ ਸਮਾਜ ਵਿੱਚ ਸਭ ਨਾਲ ਪ੍ਰੇਮ ਪਿਆਰ ਨਾਲ ਰਹਿਣ ਦੀ ਗੱਲ ਆਖੀ ਜਾਂਦੀ ਹੈ, ਉਸੇ ਸਮਾਜ ਵਿੱਚ ਦੋ ਪਿਆਰ ਕਰਨ ਵਾਲਿਆਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਜਿਸ ਸਮਾਜ ਵਿੱਚ ਸਾਰੇ ਧਰਮਾਂ ਨੂੰ ਇੱਕੋ ਜਿਹਾ ਸਤਿਕਾਰ ਦੇਣ ਦੀ ਗੱਲ ਆਖੀ ਜਾਂਦੀ ਹੈ, ਉਸ ਸਮਾਜ ਵਿੱਚ ਅੱਜ ਵੀ ਧਰਮਾਂ ਦੇ ਨਾਮ 'ਤੇ ਹੋਣ ਵਾਲਾ ਭੇਦਭਾਵ ਜਾਰੀ ਹੈ। ਅਗਲੀ ਸਵੇਰ ਸੁਖਦੇਵ ਦੀ ਮਾਂ ਨੇ ਵੇਖਿਆ ਕਿ ਅੱਜ ਉਸ ਦਾ ਪਤੀ ਬੜਾ ਹੀ ਚੁੱਪਚਾਪ ਜਿਹਾ ਹੈ। ਕੀ ਹੋਇਆ ਜੀ, ਇੰਨੇ ਉਦਾਸ ਕਿਉਂ ਹੋ? ਕੀ ਸੋਚਦੇ ਪਏ ਹੋ? ਸੁਖਦੇਵ ਦੀ ਮਾਂ ਨੇ ਆਪਣੇ ਪਤੀ ਦੇ ਨੇੜੇ ਹੁੰਦਿਆਂ ਪੁੱਛਿਆ। ਕੀ ਦੱਸਾਂ ਭਾਗਵਾਨੇ, ਮਨ 'ਤੇ ਮਣਾ ਮੂੰਹੀ ਬੋਝ ਜਿਹਾ ਪਿਆ ਹੋਇਆ ਹੈ। ਇੱਕ ਦਿਲ ਕਰਦਾ ਸੁਖਦੇਵ ਨੂੰ ਘਰੇ ਬੁਲਾ ਲਵਾਂ, ਸਭ ਗਿਲੇ ਸ਼ਿਕਵੇ ਭੁਲਾ ਦੇਵਾਂ, ਪਰ ਫਿਰ ਡਰ ਵੀ ਲੱਗਦਾ ਹੈ ਕਿ ਕਿਤੇ ਸਾਡਾ ਵੀ ਹਾਲ। ਸੁਖਦੇਵ ਦੇ ਪਿਤਾ ਦਾ ਇਸ਼ਾਰਾ ਕੱਲ੍ਹ ਦੀ ਬੀਤੀ ਘਟਨਾ ਵੱਲ ਸੀ। ਤੁਸੀਂ ਇੰਨਾ ਕਿਉਂ ਸੋਚ ਰਹੇ ਹੋ ਜੀ? ਕੁਝ ਵੀ ਐਸਾ ਵੈਸਾ ਨਹੀਂ ਹੁੰਦਾ। ਮੇਰੀ ਮੰਨੋ, ਡੁੱਲੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ। ਸੁਖਦੇਵ ਨੂੰ ਘਰ ਬੁਲਾਓ ਅਤੇ ਨਾਲੇ ਲਿਆਓ ਆਪਣੀ ਨੌਂ ਰਾਣੀ ਨੂੰ ਘਰੇ। ਆਖਰ ਨੂੰ ਆਪਣਾ ਖੂਨ ਤਾਂ ਆਪਣਾ ਹੀ ਹੁੰਦਾ ਹੈ ਨਾ। ਠੀਕ ਕਹਿੰਦੀ ਹੈ ਭਾਗਵਾਨੇ, ਆਪਣਾ ਮਾਰ ਕੇ ਵੀ ਬੰਦਾ ਸ਼ਾਮੇ ਹੀ ਤਾਂ ਸੁੱਟਦਾ ਹੈ। ਆਖ ਕੇ ਸੁਖਦੇਵ ਦਾ ਪਿਓ ਅੱਖਾਂ ਪੂੰਝਦਾ ਹੋਇਆ ਆਪਣੇ ਕਮਰੇ ਵਿੱਚ ਚਲਾ ਗਿਆ। ਪਿੱਛੋਂ ਸੁਖਦੇਵ ਦੀ ਮਾਂ ਨੇ ਸੁਖਦੇਵ ਨੂੰ ਫੋਨ ਕੀਤਾ। 2 ਕੁ ਘੰਟਿਆਂ ਵਿੱਚ ਹੀ ਸੁਖਦੇਵ ਆਪਣੀ ਵਹੁਟੀ ਰਿੰਮੀ ਸਮੇਤ ਪਿੰਡ ਪੁੱਜ ਗਿਆ। ਮਾਂ ਨੇ ਦੋਵਾਂ ਦੇ ਆਉਣ ਦਾ ਸ਼ਗਨ ਕੀਤਾ ਅਤੇ ਸੁਖਦੇਵ ਦੇ ਪਿਓ ਨੇ ਵੀ ਐਤਕੀ ਜੋੜੀ ਨੂੰ ਆਸ਼ੀਰਵਾਦ ਦਿੰਦਿਆਂ ਰਿੰਮੀ ਨੂੰ ਆਪਣੇ ਘਰ ਦੀ ਨੌਂ ਦੇ ਰੂਪ ਵਿੱਚ ਸਵੀਕਾਰ ਕਰ ਲਿਆ। ਪਰ ਪਾਪਾ ਜੀ, ਤੁਸੀਂ ਐਨੀ ਛੇਤੀ ਮੰਨ ਕਿਵੇਂ ਗਏ? ਮਾਂ ਨੇ ਮਨਾਇਆ ਨਾ। ਸੁਖਦੇਵ ਆਪਣੇ ਪਿਤਾ ਦਾ ਬਦਲਿਆ ਰੂਪ ਵੇਖ ਕੇ ਹੈਰਾਨ ਸੀ। ਕਹਿ ਸਕਦਾ ਏ, ਪਰ ਅਸਲ ਗੱਲ ਇਹ ਹੈ ਕਿ ਇਸ ਬਦਲਾਵ ਦਾ ਕਾਰਨ ਮੈਥੋਂ ਹੀ ਗਲਤੀ ਦਾ ਅਹਿਸਾਸ ਹੈ। ਮੈਨੂੰ ਪਤਾ ਲੱਗ ਗਿਆ ਏ ਪੁੱਤ ਕਿ ਜ਼ਬਰਦਸਤੀ ਥੋਪੇ ਫੈਸਲਿਆਂ ਦਾ ਅੰਜਾਮ ਅੰਤ ਨੂੰ ਭੈੜਾ ਹੀ ਹੁੰਦਾ ਹੈ। ਇਸ ਨਾਲੋਂ ਤਾਂ ਚੰਗਾ ਹੈ ਕਿ ਖੈਰ, ਮੈਂ ਖੁਸ਼ ਹਾਂ ਕਿ ਤੂੰ ਵਾਪਸ ਆ ਗਿਆ ਏ। ਉਸ ਦਿਨ ਤਾਂ ਸੁਖਦੇਵ ਦੇ ਪਾਪੇ ਨੇ ਭਾਵਨਾਤਮਕ ਹੁੰਦਿਆਂ ਕਹਿ ਸੁਣਾਇਆ ਸੀ, ਪਰ ਮਗਰੋਂ ਫਿਰ ਉਹੀ ਗੱਲ ਕਿ ਕੁੱਤੇ ਦੀ ਪੂੰਛ ਉਵੇਂ ਦੀ ਟੇਢੇ ਦੀ ਟੇਢੀ। ਸੁਖਦੇਵ ਦੇ ਪਾਪੇ ਦੇ ਮਨ ਵਿੱਚ ਜਾਤ ਬਰਾਦਰੀ ਨੂੰ ਲੈ ਕੇ ਜੋ ਬੀਜ ਬੀਜਿਆ ਜਾ ਚੁੱਕਾ ਸੀ, ਉਹ ਨਾ ਕੇਵਲ ਸਮੇਂ ਦੇ ਨਾਲ ਪੁੰਗਰਦਾ ਹੋਇਆ ਵਧਿਆ ਫੁੱਲਿਆ ਹੀ ਸੀ, ਸਗੋਂ ਇਹਦੀਆਂ ਜੜ੍ਹਾਂ ਵੀ ਉਸਦੇ ਮਨ ਅੰਦਰ ਬਹੁਤ ਡੂੰਘਾਈ ਤੱਕ ਫੈਲੀਆਂ ਹੋਈਆਂ ਸਨ। ਬੇਸ਼ੱਕ ਕਿ ਉਸਨੇ ਰਿੰਮੀ ਨੂੰ ਸਾਰਿਆਂ ਸਾਹਮਣੇ ਆਪਣੇ ਘਰ ਦੀ ਨੌਂ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਸੀ, ਪਰ ਇਹ ਤਾਂ ਉਸ ਵੱਲੋਂ ਮਹਿਜ ਕਹਿਣ ਦੀਆਂ ਗੱਲਾਂ ਸਨ। ਮਨੋਂ ਉਹ ਹਾਲੇ ਵੀ ਰਿੰਮੀ ਨੂੰ ਆਪਣੇ ਘਰ ਦਾ ਜੀ ਸਵੀਕਾਰ ਨਹੀਂ ਸੀ ਕਰ ਪਾਇਆ। ਕੁਝ ਉਸ ਨੂੰ ਲੋਕਾਂ ਦਾ ਵੀ ਡਰ ਸੀ ਕਿ
ਜਦ ਲੋਕਾਂ ਨੂੰ ਇਸ ਸਭ ਕਾਸੇ ਬਾਰੇ ਪਤਾ ਲੱਗੇਗਾ ਤਾਂ ਉਹ ਉਹਨਾਂ ਨਾਲ ਕਿਹੋ ਜਿਹਾ ਸਲੂਕ ਕਰਨਗੇ। ਉਸ ਦੀ ਇੰਨੇ ਸਾਲਾਂ ਦੀ ਕਮਾਈ ਇੱਜ਼ਤ ਤਾਂ ਜਾਂਦੀ ਰਹੇਗੀ ਨਾ। ਇਹੀ ਸਭ ਸੋਚ ਕੇ ਉਸਨੇ ਆਪਣੇ ਨੌ ਪੁੱਤ ਨੂੰ ਪਿੰਡ ਦੀ ਬਜਾਏ ਸ਼ਹਿਰ ਰਹਿਣ ਲਈ ਆਖ ਦਿੱਤਾ ਸੀ, ਤਾਂ ਜੋ ਉਸਨੂੰ ਲੋਕਾਂ ਦੇ ਵਾਧੂ ਸਵਾਲਾਂ ਦਾ ਜਵਾਬ ਨਾ ਦੇਣਾ ਪਵੇ ਅਤੇ ਉਹ ਜਿਵੇਂ ਚਾਹੇ ਲੋਕਾਂ ਨੂੰ ਝੂਠ ਬੋਲ ਕੇ ਵਰਗਲਾ ਸਕੇ। ਇਹੀ ਉਹ ਕਾਰਨ ਸੀ ਕਿ ਅੱਗੇ ਚੱਲ ਕੇ ਨੌ ਪੁੱਤ ਵੀ ਉਹਨਾਂ ਕੋਲ ਰਹਿ ਕੇ ਰਾਜ਼ੀ ਨਹੀਂ ਸਨ। ਰਹੀ ਗੱਲ ਰਿੰਮੀ ਦੇ ਪਰਿਵਾਰ ਵਾਲਿਆਂ ਦੀ, ਤਾਂ ਉਹਨਾਂ ਦਾ ਰਿੰਮੀ ਨਾਲ ਰਿਸ਼ਤਾ ਉਦੋਂ ਹੀ ਤੋੜ ਲਿਆ ਸੀ ਜਦ ਉਸਨੇ ਆਪਣੇ ਪਰਿਵਾਰ ਦੇ ਵਿਰੁੱਧ ਜਾ ਕੇ ਸੁਖਦੇਵ ਨਾਲ ਕੋਰਟ ਮੈਰਿਜ ਕਰਵਾ ਲਈ ਸੀ। ਜੀ ਨਹੀਂ, ਉਹ ਨਹੀਂ ਆ ਪਾਈ। ਦਰਅਸਲ ਉਹਨਾਂ ਨੂੰ ਕੁਝ ਕੰਮ ਪੈ ਗਿਆ ਸੀ। ਤਾਰੋ ਕੁੱਛੜ ਚੁੱਕੀ ਮਹਿਕ ਨੂੰ ਹੇਠਾਂ ਉਤਾਰਦੀ ਹੋਈ ਬੋਲੀ। ਕੋਈ ਘੰਟਾ ਸਵਾ ਘੰਟਾ ਬੀਤ ਜਾਣ ਮਗਰੋਂ ਜਦ ਮਹਿਕ ਦੀ ਬਰਥਡੇ ਦੀ ਪਾਰਟੀ ਖਤਮ ਹੋਈ ਤਾਂ ਆਏ ਹੋਏ ਸਾਰੇ ਮਹਿਮਾਨ ਇੱਕ ਇੱਕ ਕਰਕੇ ਆਪਣੇ ਘਰਾਂ ਨੂੰ ਮੁੜਨ ਲੱਗੇ। ਤਾਰੋ ਵੀ ਉਸੇ ਸ਼ਾਮ ਆਪਣੇ ਘਰ ਵਾਪਸ ਮੁੜ ਗਈ, ਜਦਕਿ ਰਿੰਮੀ ਦੇ ਸੱਸ ਸਹੁਰਾ ਇੱਕ ਰਾਤ ਲਈ ਉਸ ਕੋਲ ਠਹਿਰ ਗਏ ਸਨ। ਕੁਝ ਦਿਨ ਬੀਤੇ ਤਾਂ ਤਾਰੋ ਦੇ ਘਰ ਇੱਕ ਚਿੱਠੀ ਆਈ। ਚਿੱਠੀ ਜਿੰਦੇ ਦੀ ਸੀ। ਉਸਨੇ ਲਿਖਿਆ ਸੀ ਕਿ ਆਉਂਦੇ 6 ਮਹੀਨਿਆਂ ਨੂੰ ਉਹ ਉਸ ਕੋਲ ਗੇੜਾ ਮਾਰਨ ਆਵੇਗਾ। ਉਹ ਉਸਦਾ ਇੰਤਜ਼ਾਰ ਕਰੇ। ਬੀਤੇ 3 ਸਾਲਾਂ ਤਾਈਂ ਉਹ ਕਿੱਥੇ ਰਿਹਾ ਸੀ, ਕਿੱਥੇ ਨਹੀਂ, ਇਹਦਾ ਜ਼ਿਕਰ ਵੀ ਉਸਨੇ ਚਿੱਠੀ ਵਿੱਚ ਲਿਖਣਾ ਜ਼ਰੂਰੀ ਨਹੀਂ ਸਮਝਿਆ। ਨਾ ਉਸਨੇ ਚਿੱਠੀ ਵਿੱਚ ਤਾਰੋ ਦਾ ਹਾਲ ਹੀ ਪੁੱਛਿਆ ਸੀ ਅਤੇ ਨਾ ਤਾਰੋ ਨੂੰ ਆਪਣਾ ਹਾਲ ਹੀ ਦੱਸਿਆ ਸੀ। ਪਰ ਚਿੱਠੀ ਦੀ ਲਿਖਾਵਟ ਤੋਂ ਲੱਗਦਾ ਸੀ ਜਿਵੇਂ ਜਿੰਦੇ ਨੇ ਜੋ 4 ਗੱਲਾਂ ਚਿੱਠੀ ਵਿੱਚ ਲਿਖੀਆਂ ਸਨ, ਉਹ ਗੱਲਾਂ ਵੀ ਬੜੀਆਂ ਕਾਹਲ ਮੱਚੀ ਵਿੱਚ ਲਿਖੀਆਂ ਸਨ। ਚਿੱਠੀ ਆਉਣ 'ਤੇ ਤਾਰੋ ਨੂੰ ਤਾਂ ਜਿਵੇਂ ਚਾਅ ਹੀ ਚੜ੍ਹ ਗਿਆ ਸੀ। ਬੇਸ਼ੱਕ ਚਿੱਠੀ ਵਿੱਚ ਉਸਨੂੰ ਬਹੁਤਾ ਕੁਝ ਲਿਖਿਆ ਤਾਂ ਨਹੀਂ ਸੀ ਮਿਲਿਆ, ਪਰ ਜਿੰਦੇ ਦੀ ਲਿਖਾਵਟ ਦੀ ਚਿੱਠੀ 'ਤੇ ਉਕਰਿਆ ਹਰ ਕੱਲਾ ਕੱਲਾ ਲਫ਼ਜ਼ ਖੁਦ ਤਾਰੋ ਨੂੰ ਬਹੁਤ ਕੁਝ ਬੋਲ ਕੇ ਬਿਆਨ ਕਰ ਰਿਹਾ ਸੀ। ਇਸ ਚਿੱਠੀ ਦੇ ਆਉਣ ਮਗਰੋਂ ਤਾਰੋ ਨੂੰ ਹੁਣ ਆਸ ਬੱਝ ਚੱਲੀ ਸੀ ਜਿੰਦੇ ਦੇ ਵਾਪਸ ਆਉਣ ਦੀ। ਉਹ ਪੂਰੇ ਪਿੰਡ ਵਿੱਚ ਜਿੰਦੇ ਦੀ ਆਈ ਚਿੱਠੀ ਵਿਖਾਉਂਦੀ ਫਿਰ ਰਹੀ ਸੀ, ਜਿਵੇਂ ਕਹਿ ਰਹੀ ਹੋਵੇ ਕਿ ਹੁਣ ਹੋਰ ਸਮੇਂ ਤੱਕ ਇਕੱਲੀ ਨਹੀਂ। ਇੱਕ ਇੱਕ ਪਲ ਤਾਰੋ ਦਾ ਕਿਵੇਂ ਬੀਤ ਰਿਹਾ ਸੀ ਇਹ ਤਾਂ ਕੇਵਲ ਉਹੀ ਜਾਣਦੀ ਸੀ। ਸਾਰੀ ਦਿਹਾੜੀ ਉਹਦੀਆਂ ਨਜ਼ਰਾਂ ਬੂਹੇ ਵੱਲ ਗੱਡੀਆਂ ਰਹਿੰਦੀਆਂ। ਜਰਾ ਜਿੰਨੀ ਵੀ ਬਿੜਕ ਹੁੰਦੀ ਤਾਂ ਉਸਨੂੰ ਲੱਗਦਾ ਜਿਵੇਂ ਜਿੰਦਾ ਆ ਗਿਆ ਹੋਵੇ। ਆਪਣੇ ਰੋਜ਼ਮਰਾ ਦੇ ਆਹਰ ਕਰਦੀ ਕਰਦੀ ਅਕਸਰ ਤਾਰੋ ਕਿਤੇ ਗਵਾਚ ਜਿਹੀ ਹੀ ਜਾਂਦੀ ਸੀ, ਸ਼ਾਇਦ ਕਿਧਰੇ ਆਪਣੀ ਜ਼ਿੰਦਗੀ ਦੇ ਬੀਤੇ ਵਕਤਾਂ ਵਿੱਚ। ਜਦ ਦੀ ਜਿੰਦੇ ਦੀ ਚਿੱਠੀ ਆਈ ਸੀ, ਤਾਰੋ ਨੂੰ ਲੱਗਦਾ ਸੀ ਜਿਵੇਂ ਦਿਨ ਤੇ ਰਾਤ ਪਹਿਲਾਂ ਨਾਲੋਂ ਵੀ ਕਿਤੇ ਵੱਡੇ ਹੋ ਗਏ ਸਨ। ਜਿਵੇਂ ਧਰਤੀ 'ਤੇ ਆਪਣੀ ਧੁਰੀ ਦੇ ਦੁਆਲੇ ਸੁਸਰੀ ਦੀ ਚਾਲ ਚਲਦੀ ਗੇੜੇ ਕੱਢਣ ਲੱਗੀ ਸੀ। ਜਿਵੇਂ ਸੂਰਜ ਛਿਪਦਾ ਛਿਪਦਾ ਵੀ ਛਿਪਣਾ ਨਹੀਂ ਸੀ ਚਾਹੁੰਦਾ। ਜਿਵੇਂ ਘੜੀ ਚੱਲਦੀ ਚੱਲਦੀ ਵੀ ਚੱਲਣਾ ਨਹੀਂ ਸੀ ਚਾਹੁੰਦੀ। ਆਖਰ ਜਿਵੇਂ ਤਿਵੇਂ ਕਰਦੀ ਤੇ ਉਸਦੀ ਉਡੀਕ ਦੇ 6 ਮਹੀਨੇ ਲੰਘੇ। ਤਾਰੋ ਨੂੰ ਉਮੀਦ ਸੀ ਕਿ ਅੱਜ ਨਹੀਂ ਤੇ ਕੱਲ੍ਹ ਜਿੰਦਾ ਆਇਆ ਹੀ ਆਇਆ, ਪਰ ਜਿੰਦਾ ਉਹ ਨਹੀਂ ਆਇਆ। ਜਿੰਦੇ ਦੇ ਨਾ ਆਉਣ ਨਾਲ ਤਾਰੋ ਦੇ ਦਿਲ 'ਤੇ ਦੀ ਉਮੀਦ ਇੱਕ ਵਾਰ ਫਿਰ ਤੋਂ ਟੁੱਟ ਗਈ। ਹੁਣ ਉਹ ਕਿਸ ਮੂੰਹ ਨਾਲ ਲੋਕਾਂ ਨੂੰ ਕਹਿੰਦੀ ਕਿ ਉਸਦਾ ਪਤੀ ਜਿੰਦਾ ਵਾਪਸ ਕਿਉਂ ਨਹੀਂ ਸੀ ਆਇਆ। ਕਿਸ ਚਿਹਰੇ ਨਾਲ ਉਹ ਲੋਕਾਂ ਦਾ ਸਾਹਮਣਾ ਕਰਦੀ ਜਦ ਉਸਨੂੰ ਹਰੇਕ ਦੇ ਚਿਹਰੇ 'ਤੇ ਹੀ ਖੁਦ ਲਈ ਅਣਗਿਣਤ ਸਵਾਲ ਚਿੰਨ੍ਹ ਜੜੇ ਹੋਏ ਮਿਲਦੇ। ਪਿਛਲੇ 6 ਮਹੀਨੇ ਤਾਰੋ ਦੇ ਜਿੰਨੇ ਉਤਸ਼ਾਹ ਨਾਲ ਬੀਤੇ ਸਨ, ਉਸ ਤੋਂ ਅਗਲੇ ਇਹ 6 ਮਹੀਨੇ ਤਾਰੋ ਲਈ ਬੜੇ ਹੀ ਨੀਰਸ ਹੋ ਨਿਬੜੇ ਸਨ। ਉਸਨੂੰ ਲੱਗਦਾ ਸੀ ਜਿਵੇਂ ਪਹਿਲਾਂ ਜੋ ਘੜੀ ਮੱਧਮ ਚਾਲ ਚਲਦੀ ਤੁਰਦੀ ਆ ਰਹੀ ਸੀ, ਉਸ ਵਿੱਚ ਇੱਕਦਮ ਹੀ ਕੋਈ ਖੜੋਤ ਆ ਗਈ ਹੋਵੇ। ਜਿਵੇਂ ਦਿਨ ਲਈ ਰਾਤ ਤੇ ਰਾਤ ਲਈ ਦਿਨ ਦੇ ਮਾਇਨੇ ਹੀ ਬਦਲ ਗਏ ਹੋਣ। ਦੋਵੇਂ ਇੱਕ ਜਿਹੇ ਹੀ ਹੋ ਗਏ ਹੋਣ, ਨਾ ਚੜ੍ਹਦੇ ਹੋਣ ਨਾ ਲੈਂਦੇ ਹੋਣ। ਉਸਨੂੰ ਆਪਣਾ ਹਾਲ ਪਤਝੜ ਦੀ ਉਸ ਰੁੱਤ ਵਰਗਾ ਜਾਪਦਾ ਸੀ ਜੋ ਆਪਣੀ ਉਮਰ ਹੰਢਾ ਕੇ ਬਸੰਤ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੋਵੇ, ਜੋ ਆਪਣੇ ਅਸਤਿਤਵ ਤੋਂ ਆਪ ਹੀ ਬੇਜ਼ਾਰ ਹੋ ਗਈ ਹੋਵੇ, ਜੋ ਮੁੱਦਤਾਂ ਨਾਲ ਉਡੀਕ ਕਰ ਰਹੀ ਹੋਵੇ ਕਿਸੇ ਖੁਸ਼ਹਾਲੀ ਭਰੇ ਕੱਲ੍ਹ ਨੂੰ। ਪਰ ਉਹ ਕੱਲ੍ਹ ਦੇ ਆਉਣ 'ਤੇ ਵੀ ਆਇਆ ਨਹੀਂ ਸੀ। ਖੌਰੇ ਹੁਣ ਉਹ ਕੱਲ੍ਹ ਕਦੋਂ ਆਉਣਾ ਸੀ, ਉਹ ਸੋਚਦੀ। ਸਿਆਲ ਲੰਘਿਆ ਤੇ ਨਾਲ ਹੀ ਲੰਘ ਗਿਆ ਉਡੀਕ ਦਾ 1 ਸਾਲ। ਇੱਕ ਦੁਪਹਿਰ ਤਾਰੋ ਨੂੰ ਬਾਹਰਲੇ ਬੂਹੇ 'ਤੇ ਕੋਈ ਖੜਾਕ ਜਿਹੀ ਸੁਣਾਈ ਦਿੱਤੀ। ਉਸ ਵੇਲੇ ਉਹ ਆਪਣੇ ਕਮਰੇ ਵਿੱਚ ਲੰਮੇ ਪਈ ਹੋਈ ਸੀ, ਕੁਝ ਸੋਚ ਰਹੀ ਸੀ ਜਾਂ ਖੌਰੇ ਸੌਂ ਹੀ ਰਹੀ ਸੀ। ਉਸਨੂੰ ਕੁਝ ਪਤਾ ਨਹੀਂ ਸੀ। ਉਂਝ ਵੀ ਉਸ ਲਈ ਹਕੀਕਤ ਤੇ ਕਲਪਨਾ ਵਿੱਚ ਕੋਈ ਬਹੁਤਾ ਫਰਕ ਨਹੀਂ ਸੀ ਰਿਹਾ।
ਸੌਣ ਲਈ ਉਹ ਰਾਤ ਦਾ ਇੰਤਜ਼ਾਰ ਨਹੀਂ ਸੀ ਕਰਦੀ ਅਤੇ ਸੁਪਨੇ ਤਾਂ ਉਹ ਦਿਨੇ ਵੀ ਵੇਖ ਲਿਆ ਕਰਦੀ ਸੀ, ਜੋ ਨਿਰੇ ਪੂਰੇ ਉਹਦੀ ਕਲਪਨਾ ਤੋਂ ਛੁੱਟ ਹੋਰ ਕੁਝ ਵੀ ਨਹੀਂ ਸਨ ਹੁੰਦੇ। ਖੜਾਕ ਹੋਇਆ ਤਾਂ ਤਾਰੋ ਅੱਬੜ ਵਾਹੇ ਜਿਹੀ ਉੱਠ ਖੜੀ ਹੋਈ। ਬਾਹਰ ਵੇਖਿਆ ਲੱਗਿਆ ਜਿਵੇਂ ਕੋਈ ਬੂਹੇ ਓਹਲੇ ਖੜ੍ਹਾ ਸੀ। ਘਰ ਦੇ ਵਿਹੜੇ ਵਿੱਚੋਂ ਖੁਦ ਨੂੰ ਘਸੀਟਦੀ ਉਹ ਬੂਹੇ ਲਾਗੇ ਗਈ ਤਾਂ ਉਸਨੇ ਪੁੱਛਿਆ, ਕੌਣ ਏ? ਪਰ ਅੱਗੋਂ ਉਸ ਸ਼ਖਸ ਵੱਲੋਂ ਕੋਈ ਜਵਾਬ ਨਾ ਮਿਲਿਆ। ਤਾਰੋ ਨੇ ਇੱਕ ਵਾਰ ਫਿਰ ਤੋਂ ਕੜਕ ਵੀ ਆਵਾਜ਼ ਵਿੱਚ ਪੁੱਛਿਆ। ਐਤਕੀ ਵੀ ਉਸ ਸ਼ਖਸ ਨੇ ਕੋਈ ਜਵਾਬ ਨਾ ਦਿੱਤਾ। ਤਾਰੋ ਨੂੰ ਉਸ ਸ਼ਖਸ 'ਤੇ ਇਹੋ ਜਿਹੇ ਰਵੱਈਏ 'ਤੇ ਗੁੱਸਾ ਚੜ੍ਹਿਆ ਅਤੇ ਉਹ ਮੂੰਹ ਵਿੱਚ ਹੀ ਉਸ ਨੂੰ ਗਾਲ੍ਹਾਂ ਕੱਢਦੀ ਹੋਈ ਬੂਹੇ ਦਾ ਕੁੰਡਾ ਖੋਲ੍ਹਣ ਲੱਗੀ। ਬੂਹਾ ਖੁੱਲ੍ਹਿਆ ਤਾਂ ਸਾਹਮਣੇ ਜੋ ਸ਼ਖਸ ਤਾਰੋ ਦੇ ਖੜ੍ਹਾ ਸੀ, ਇਹ ਕੋਈ ਹੋਰ ਨਹੀਂ ਬਲਕਿ ਜਿੰਦਾ ਹੀ ਸੀ। ਉਹਦੇ ਮਗਰ ਤੁਰਦੇ ਪਿੰਡ ਦੇ ਕਈ ਲੋਕ ਵੀ ਤਾਰੋ ਦੇ ਘਰ ਲਾਗੇ ਇਕੱਠੇ ਹੋ ਖੜ੍ਹੇ ਸਨ। ਉਹ ਵੇਖਣਾ ਚਾਹੁੰਦੇ ਸਨ ਕਿ ਤਾਰੋ ਹੁਣ ਜਿੰਦੇ ਨੂੰ ਘਰ ਵਾੜੇਗੀ ਵੀ ਜਾਂ ਨਹੀਂ। ਜਿੰਦੇ, ਤੂੰ? ਤਾਰੋ ਦਾ ਮੂੰਹ ਜਿੰਦੇ ਨੂੰ ਵੇਖ ਕੇ ਅੱਡਿਆਂ ਦਾ ਅੱਡਾ ਹੀ ਰਹਿ ਗਿਆ ਸੀ। ਉਸ ਨੂੰ ਤਾਂ ਜਿਵੇਂ ਆਪਣੀਆਂ ਅੱਖਾਂ 'ਤੇ ਯਕੀਨ ਹੀ ਨਹੀਂ ਸੀ ਹੋ ਰਿਹਾ। ਤਾਰੋ ਇੱਧਰ ਜਿੰਦਾ ਵੀ ਤਾਰੋ ਨੂੰ ਵੇਖ ਕੇ ਭਾਵੁਕ ਹੋਇਆ ਖੜ੍ਹਾ ਸੀ। ਉਹ ਚਾਹੁੰਦਾ ਸੀ ਕਿ ਉਹ ਤਾਰੋ ਨੂੰ ਇਸੇ ਵਕਤ ਆਪਣੇ ਕਲਾਵੇ ਵਿੱਚ ਭਰ ਲਵੇ, ਪਰ ਪਿੰਡ ਵਾਲਿਆਂ ਦੀ ਸ਼ਰਮ ਮੰਨ ਕੇ ਉਹ ਅੱਗੇ ਨਹੀਂ ਸੀ ਵਧ ਰਿਹਾ। ਲੈ ਬਈ, ਆ ਗਿਆ ਈ ਪ੍ਰਾਹੁਣਾ। ਕੋਲ ਖੜ੍ਹੇ ਪਿੰਡ ਵਾਲਿਆਂ ਵਿੱਚੋਂ ਇੱਕ ਨੇ ਵਿਅੰਗ ਕੱਸਿਆ। ਨਾ ਆ ਗਈ ਯਾਦ ਜਵਾਕੜੀ ਦੀ? ਪਤਾ ਕਿੰਨੇ ਸਾਲ ਹੋ ਗਏ ਤੈਨੂੰ ਗਏ ਨੂੰ? ਸਾਰਾ ਪਿੰਡ ਗਵਾਇਆ ਤੇਰੇ ਜਾਣ ਪਿੱਛੋਂ, ਸੁੱਕ ਕੇ ਤੀਲਾ ਹੋ ਗਈ ਵਿਚਾਰੀ। ਹੁਣ ਕਿਹੜੇ ਮੂੰਹ ਨੂੰ ਆਇਆ? ਜਾ ਵਗ ਜਾ ਉਹਦੇ ਕੋਲ ਜਿਹਦੇ ਨਾਲ ਰੰਗ ਰਲੀਆਂ ਮਨਾ ਕੇ ਆਇਆ। ਬਿੰਦੋ ਚਾਚੀ ਮੂਹਰੇ ਹੋਈ ਤੇ ਆਉਂਦੇ ਹੀ ਜਿੰਦੇ ਨਾਲ ਆਡਾ ਲਾ ਕੇ ਬਹਿ ਗਈ। ਉਹਦੇ ਮਨ ਵਿੱਚ ਇਸ ਵਕਤ ਕੀ ਚੱਲ ਰਿਹਾ ਸੀ, ਕਿਸੇ ਨੂੰ ਵੀ ਨਹੀਂ ਸੀ ਪਤਾ। ਖੌਰੇ ਉਹ ਪਿੰਡ ਵਾਲਿਆਂ ਦੀ ਨਜ਼ਰਾਂ ਵਿੱਚ ਖੁਦ ਨੂੰ ਸੱਚਾ ਸਾਬਤ ਕਰਨ ਦੀ ਹੀ ਕੋਸ਼ਿਸ਼ ਕਰ ਰਹੀ ਸੀ। ਆਖਰ ਨੂੰ ਵਿਆਹ ਵੀ ਤਾਂ ਜਿੰਦੇ ਦਾ ਬਿੰਦੋ ਚਾਚੀ ਨੇ ਹੀ ਕਰਵਾਇਆ ਸੀ। ਚਾਚੀ ਤੂੰ ਰਹਿਣ ਦੇ, ਸਾਨੂੰ ਕੀ ਪਤਾ ਨਹੀਂ, ਇਹਦਾ ਕੰਮ ਕਰਕੇ ਤਾਂ ਇਹ ਉੱਦਾਂ ਹੀ ਰਾਜੀ ਨਹੀਂ ਸੀ। ਉੱਤੋਂ ਪਿਓ ਮਰੇ ਮਗਰੋਂ ਵੀ ਕਿਹੜਾ ਜ਼ਿੰਮੇਵਾਰ ਬਣ ਗਿਆ ਸੀ। ਇਹ 4 ਦਿਨਾਂ ਮਗਰੋਂ 4 ਪੈਸੇ ਕਮਾ ਕੇ ਲਿਆਉਂਦਾ, ਪਰ ਦਾਰੂ ਤੇ ਰੋੜ ਨੂੰ ਨਾ ਹਟਦਾ। ਮਾਂ ਵਿਚਾਰੀ ਵੀ ਇਹਦੀ ਤਾਈਓਂ ਤਾਂ ਕਲਪਦੀ ਮਰ ਗਈ। ਇਹ ਤਾਂ ਜਿਉਂਦੀ ਰਹੇ ਪਰਾਈ ਧੀ, ਜਿਹਨੇ ਇਹਦਾ ਘਰ ਸਾਂਭਿਆ, ਇਹਨੂੰ ਸਾਂਭਿਆ, ਹੋਰ ਤੇ ਹੋਰ ਕਰਾ ਕੇ ਇਹਨੂੰ ਬਾਹਰ ਵੀ ਭੇਜਿਆ ਤਾਂ ਜੋ ਇਹ ਵੀ ਕਿਸੇ ਆਹਰੇ ਲੱਗ ਸਕੇ। ਨਹੀਂ ਤਾਂ ਇੱਥੇ ਤਾਂ ਇਹ ਤੋਂ 4 ਛਿੱਲੜ ਵੀ ਇਕੱਠੇ ਨਹੀਂ ਸੀ ਹੋ ਰਹੇ। ਪਰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਜੇ ਇਹਨੇ ਉੱਥੇ ਇੱਕ ਵੀ ਪੈਸਾ ਤਾਰੋ ਨੂੰ ਨਹੀਂ ਘੱਲਿਆ ਤਾਂ ਫਿਰ ਇਹ ਇੰਨੇ ਸਾਲ ਬਾਹਰ ਕਰਦਾ ਕੀ ਰਿਹਾ? ਭੀੜ ਵਿੱਚੋਂ ਕਿਸੇ ਨੇ ਸਵਾਲ ਖੜ੍ਹਾ ਕੀਤਾ। ਕਰਨਾ ਕੀ ਹੋਇਆ? ਰਚ ਗਈ ਹੋਊਗੀ ਵਿਦੇਸ਼ੀ ਇਹਦੇ ਹੱਡਾਂ ਵਿੱਚ ਵੀ। ਗੁਰਨਾਮ ਦੀ ਤੀਵੀਂ, ਜਿਸ ਦਾ ਖੁਦ ਦਾ ਪਤੀ ਵਿਦੇਸ਼ ਗਿਆ, ਅੱਜ ਤੱਕ ਨਹੀਂ ਸੀ ਮੁੜਿਆ। ਪੱਲੇ ਦਾ ਲੜ ਮੂੰਹ ਵਿੱਚ ਪਾਉਂਦੀ ਹੋਈ ਬੋਲੀ। ਪਿੰਡ ਵਾਲੇ ਉਸ ਨੂੰ ਵੀ ਇਹੀ ਆਖਦੇ ਸਨ ਕਿ ਗੁਰਨਾਮ ਨੇ ਵਿਦੇਸ਼ ਕਿਸੇ ਗੋਰੀ ਨਾਲ ਵਿਆਹ ਕਰਵਾ ਲਿਆ ਹੋਣਾ, ਵਰਨਾ ਜੇ ਉਹ ਚਾਹੁੰਦਾ ਤਾਂ ਖੈਰ ਖਬਰ ਲੈਣ ਤਾਂ ਆ ਹੀ ਸਕਦਾ ਸੀ। ਕੁੜੇ, ਕੋਈ ਲੋੜ ਨਹੀਂ ਇਹਨੂੰ ਅੰਦਰ ਵੜਨ ਦੀ। ਕਹਿ ਦੇ ਇਹਨੂੰ ਜਿੱਥੋਂ ਆਇਆ ਉੱਥੇ ਹੀ ਮੁੜ ਜਾਏ। ਇਹ ਕੈਲੇ ਕਿਆ ਬੁੜੀ ਸੀ, ਜਿਹਦਾ ਪੁੱਤਰ ਕੈਲਾ ਖੁਦ ਜੇ ਕਲਕੱਤੇ ਤੋਂ ਵਾਪਸ ਆਇਆ ਸੀ ਤਾਂ ਉੱਥੋਂ ਦੀ ਹੀ ਤ੍ਰੀਮਤ ਵਿਆਹ ਕੇ ਲੈ ਆਇਆ ਸੀ। ਖੈਰ, ਜਿੰਦੇ ਨੂੰ ਲੈ ਕੇ ਜਿੰਨੇ ਮੂੰਹ ਓਨੀਆਂ ਗੱਲਾਂ ਸਨ, ਜਦ ਕਿ ਦੂਜੇ ਪਾਸੇ ਤਾਰੋ ਨੂੰ ਮੱਤਾ ਦੇਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਸੀ। ਤਾਰੋ ਸਭ ਦੀਆਂ ਗੱਲਾਂ ਸੁਣ ਰਹੀ ਸੀ, ਪਰ ਮੰਨਣੀ ਉਸਨੇ ਕੇਵਲ ਇੱਕ ਮਨ ਦੀ ਹੀ ਸੀ। ਸੋ ਉਸਨੇ ਬਿਨਾਂ ਇਤਰਾਜ਼ ਜਿੰਦੇ ਨੂੰ ਅੰਦਰ ਆਉਣ ਲਈ ਕਿਹਾ। ਲੋਕ ਹੈਰਾਨ ਸਨ ਕਿ ਇੰਨਾ ਸਭ ਹੋਣ ਦੇ ਬਾਵਜੂਦ ਵੀ ਉਹ ਜਿੰਦੇ ਨਾਲ ਇੰਨੀ ਨਰਮੀ ਨਾਲ ਪੇਸ਼ ਕਿਵੇਂ ਆ ਰਹੀ ਸੀ, ਜਦ ਕਿ ਉਸ ਨੂੰ ਤਾਂ ਚਾਹੀਦਾ ਸੀ ਕਿ ਉਹ ਜਿੰਦੇ ਨੂੰ ਚੰਗੀਆਂ ਹੀ ਖਰੀਆਂ ਸੁਣਾਵੇ ਅਤੇ ਉਸ ਤੋਂ ਪੁੱਛੇ ਕਿ ਉਹ ਹੁਣ ਕਿੱਥੇ ਕੀ ਲੈਣ ਆਇਆ ਸੀ। ਜਿੰਦਾ ਤੇ ਤਾਰੋ ਅੰਦਰ ਵੜੇ ਤਾਂ ਬਾਹਰ ਖੜ੍ਹੇ ਤਮਾਸ਼ਬੀਨ ਵੀ ਹੌਲੀ ਕਰਕੇ ਤਿੱਤਰ ਬਿੱਤਰ ਹੋਣੇ ਸ਼ੁਰੂ ਹੋ ਗਏ। ਤਾਰੋ ਨੇ ਬੂਹਾ ਪੇੜਿਆ ਤੇ ਅੰਦਰ ਵੜਦੇ ਹੀ ਚੁੱਲ੍ਹੇ ਮੂਹਰੇ ਜਾ ਬੈਠੀ। ਕੀ ਗੱਲ, ਨਾਰਾਜ਼ ਏ? ਜਿੰਦੇ ਦੇ ਬੋਲਾਂ ਵਿੱਚ ਗੰਭੀਰਤਾ ਸੀ। ਨਹੀਂ, ਇੱਕ ਸੰਖੇਪ ਜਿਹਾ ਉੱਤਰ ਤਾਰੋ ਦੀ ਨਾਰਾਜ਼ਗੀ ਦੱਸਣ ਲਈ ਕਾਫੀ ਸੀ, ਜਿਸ ਨੂੰ ਜਿੰਦਾ ਸ਼ਾਇਦ ਢੰਗ ਨਾਲ ਸਮਝ ਨਹੀਂ ਸੀ ਪਾਇਆ। ਆ ਦੇਖ, ਮੈਂ ਤੇਰੇ ਲਈ ਕੀ ਲਿਆਇਆ। ਸੋਨੇ ਦੀਆਂ 2 ਵਾਲੀਆਂ ਤਾਰੋ ਮੂਹਰੇ ਕਰਦਿਆਂ ਉਸਨੇ
ਤਾਰੋ ਨੂੰ ਪਰਚਾਉਣ ਦੀ ਕੋਸ਼ਿਸ਼ ਕੀਤੀ। ਲਿਆ ਮੈਂ ਤੇਰੇ ਪਾਵਾਂ, ਆ ਕੇ ਜਿੰਦਾ ਤਾਰੋ ਦੇ ਸੁੰਨੇ ਪਏ ਕੰਨਾਂ ਨੂੰ ਸੋਨੇ ਨਾਲ ਸ਼ਿੰਗਾਰਨ ਲੱਗਾ। ਤੂੰ ਸੁਰਖੀ ਕਿਉਂ ਨਹੀਂ ਲਾਈ? ਯਕਦਮ ਹੀ ਜਿੰਦੇ ਦਾ ਧਿਆਨ ਤਾਰੋ ਦੇ ਸੁੱਕੇ ਤੇ ਬੇਰੰਗ ਜਿਹੇ ਬੁੱਲ੍ਹਾਂ 'ਤੇ ਜਾ ਪਿਆ। ਤਾਰੋ ਨੂੰ ਖਾਮੋਸ਼ ਬੈਠੀ ਵੇਖ ਕੇ ਉਸਨੇ ਬਿਨਾਂ ਵਕਤ ਗਵਾਏ ਆਪਣੇ ਹੋਠਾਂ ਨੂੰ ਉਹਦੇ ਹੋਠਾਂ 'ਤੇ ਟਿਕਾ ਦਿਆ। ਪਰ ਛੇਤੀ ਹੀ ਉਸਨੂੰ ਤਾਰੋ ਤੋਂ ਕਚਿਆਣ ਜਿਹੀ ਆਉਣ ਲੱਗੀ ਤੇ ਸਵਾਦ ਬੜਾ ਹੀ ਬੇਸਵਾਦ ਜਿਹਾ ਜਾਪਿਆ। ਜੀ ਹਟੋ, ਮੈਨੂੰ ਰੋਟੀ ਬਣਾਉਣ ਦਿਓ, ਤਾਰੋ ਨੇ ਜਿੰਦੇ ਨੂੰ ਦੂਰ ਤੱਕਦਿਆਂ ਕਿਹਾ। ਚੱਲ ਜਿਵੇਂ ਤੇਰੀ ਮਰਜ਼ੀ। ਅੱਛਾ, ਅੱਜ ਰਾਤ ਨੂੰ ਕੋਈ ਵਧੀਆ ਜਿਹਾ ਸੂਟ ਪਾਵੀਂ, ਨਾਲੇ ਦੀਵੇ ਵੀ ਜਗਾ ਕੇ ਰੱਖੀ। ਜਿੰਦੇ ਦਾ ਇਸ਼ਾਰਾ ਕਿਸ ਤਰਫ ਸੀ ਤਾਰੋ ਸਮਝ ਗਈ ਸੀ, ਪਰ ਉਸਨੇ ਕੋਈ ਜਵਾਬ ਨਹੀਂ ਸੀ ਦਿੱਤਾ। ਰੋਟੀ ਟੁੱਕ ਦੇ ਆਹਰ ਤੋਂ ਜਦ ਉਹ ਵਿਹਲੀ ਹੋਈ ਤਾਂ ਉਸਨੇ ਜਿੰਦੇ ਨੂੰ ਅੰਦਰ ਕਮਰੇ ਵਿੱਚ ਲੰਮੇ ਪਏ ਹੋਏ ਵੇਖਿਆ। ਉਹ ਇਤਨੇ ਇਤਮਾਨ ਨਾਲ ਲੇਟਿਆ ਹੋਇਆ ਸੀ ਜਿਵੇਂ ਪਿਛਲੇ 7 ਸਾਲਾਂ ਦੀ ਬੇਰਾਮੀ ਉਹ ਅੱਜ ਹੀ ਲਾ ਲੈਣਾ ਚਾਹੁੰਦਾ ਸੀ। ਤਾਰੋ ਕਮਰੇ ਵਿੱਚ ਬੜੀ ਤਾਂ ਉਸਨੇ ਬਿਨਾਂ ਖੜਕਾ ਕੀਤੇ ਆਪ ਵੀ ਜਿੰਦੇ ਦੇ ਬਰਾਬਰ ਪੈਣ ਦੀ ਕੀਤੀ। ਆ ਗਈ ਤੂੰ? ਜਿੰਦਾ ਤਾਰੋ ਨੂੰ ਆਪਣੇ ਨਾਲ ਪਈ ਵੇਖ ਕੇ ਮੁਸਕਰਾਇਆ। ਹੂੰ। ਤਾਰੋ ਤੋਂ ਇਸ ਸਵਾਲ ਦੇ ਜਵਾਬ ਵਿੱਚ ਕੇਵਲ ਹੂੰ ਹੀ ਆਖ ਹੋਇਆ ਸੀ। ਕੁਝ ਪੁੱਛੇਂਗੀ ਨਹੀਂ? ਜਿੰਦਾ ਸੋਚ ਰਿਹਾ ਸੀ ਕਿ ਤਾਰੋ ਕੋਲ ਅਨੇਕਾਂ ਹੀ ਸਵਾਲ ਹੋਣਗੇ ਤੇ ਉਹ ਉਸਦੇ ਸਵਾਲਾਂ ਦਾ ਜਵਾਬ ਨਹੀਂ ਦੇ ਪਾਵੇਗਾ, ਪਰ ਤਾਰੋ ਸੀ ਕਿ ਕੁਝ ਪੁੱਛਦੀ ਹੀ ਨਹੀਂ ਸੀ, ਜਿਵੇਂ ਜਿੰਦੇ ਦੇ ਘਰ ਆਉਣ ਦਾ ਉਸਨੂੰ ਕੋਈ ਫਰਕ ਹੀ ਨਹੀਂ ਸੀ ਪਿਆ, ਜਾਂ ਸ਼ਾਇਦ ਉਹਦੇ ਜਿੰਦੇ ਨੂੰ ਲੈ ਕੇ ਸਭ ਕੀ ਤੇ ਕਿਉਂ ਮੁੱਕ ਚੱਲੇ ਸਨ, ਜਿਸ ਕਰਕੇ ਜਵਾਬ ਦੀ ਵੀ ਕੋਈ ਗੁੰਜਾਇਸ਼ ਬਾਕੀ ਨਹੀਂ ਸੀ ਬਚੀ। ਕੀ ਗੱਲ ਠੀਕ ਤਾਂ ਹੈ ਇਹ? ਐਤਕੀ ਜਿੰਦੇ ਨੇ ਤਾਰੋ ਦਾ ਹੱਥ ਕੁੱਟਦਿਆਂ ਹੋਇਆਂ ਪੁੱਛਿਆ, ਪਰ ਤਾਰੋ ਨੇ ਇੱਕੋ ਝਟਕੇ ਨਾਲ ਉਸ ਤੋਂ ਆਪਣਾ ਹੱਥ ਇੰਜ ਛੁਡਾ ਲਿਆ ਜਿਵੇਂ ਜਿੰਦੇ ਨੇ ਉਸਨੂੰ ਛੂਹ ਕੇ ਕੋਈ ਬਹੁਤ ਵੱਡੀ ਹੱਦ ਕਰ ਦਿੱਤੀ ਹੋਵੇ। ਮਗਰੋਂ ਦੋਵੇਂ ਚੁੱਪਚਾਪ ਇੰਜ ਹੀ ਪਏ ਰਹੇ, ਨਾ ਕੁਝ ਬੋਲੇ, ਨਾ ਇੱਕ ਦੂਜੇ ਨੂੰ ਵੇਖਿਆ ਹੀ। ਸ਼ਾਮ ਟਲੀ ਤਾਂ ਤਾਰੋ ਦੀਵੇ ਜਗਾਉਣ ਬਹਿ ਗਈ। ਜਿੰਦਾ ਇਸ ਵਕਤ ਘਰੋਂ ਬਾਹਰ ਗਿਆ ਹੋਇਆ ਸੀ। ਉਹ ਮੁੜਿਆ ਤਾਂ ਤਾਰੋ ਉਸਨੂੰ ਇੱਕ ਨਵੇਂ ਹੀ ਰੂਪ ਵਿੱਚ ਵਿਖਾਈ ਦਿੱਤੀ। ਨਵਾਂ ਲਾਲ ਸੂਟ, ਬਾਹਾਂ ਵਿੱਚ ਚੂੜੀਆਂ, ਸਿਰ ਗੁੰਦਿਆ ਹੋਇਆ, ਅੱਖਾਂ ਵਿੱਚ ਕੱਜਲ ਤੇ ਬੁੱਲ੍ਹਾਂ 'ਤੇ ਸੁਰਖੀ, ਪਰ ਇਸ ਸ਼ਿੰਗਾਰ ਦੇ ਬਾਵਜੂਦ ਵੀ ਉਹਦੇ ਚਿਹਰੇ 'ਤੇ ਕੋਈ ਰੌਣਕ ਨਹੀਂ ਸੀ। ਬੁੱਲ੍ਹ ਬਦਰੰਗ ਹੋਏ ਦਿਸਦੇ ਸਨ ਤੇ ਨਵਾਂ ਲੀੜਾ ਉਸਨੂੰ ਉਸ ਪਰਦੇ ਦਾ ਅਹਿਸਾਸ ਕਰਵਾ ਰਿਹਾ ਸੀ ਜੋ ਛੇਤੀ ਹੀ ਚੁੱਕਿਆ ਜਾਣਾ ਸੀ ਤੇ ਇਸ ਪਰਦੇ ਹੇਠੋਂ ਝਾਕ ਲਿਆ ਜਾਣਾ ਸੀ। ਉਸਦਾ ਬੇਸ਼ਕੀਮਤੀ ਗਹਿਣਾ ਉਹਦੀਆਂ ਬਾਹਾਂ ਵਿੱਚ ਚੂੜੀਆਂ ਨਹੀਂ ਸਗੋਂ ਬੇੜੀਆਂ ਸਨ, ਜੋ ਉਸਨੂੰ ਅਹਿਸਾਸ ਕਰਾ ਰਹੀਆਂ ਸਨ ਕਿ ਉਹ ਇੱਕ ਮਰਦ ਦੇ ਸਾਹਵੇ ਕਿੰਨੀ ਬੇਵਸ ਹੈ ਤੇ ਇਹ ਬੇਵਸੀ ਉਹਦੀ ਖੁਦ ਦੀ ਚੁਣੀ ਹੋਈ ਹੈ। ਉਸਦਾ ਗੁੰਦਿਆ ਹੋਇਆ ਸਿਰ ਉਸਦੇ ਮੱਥੇ ਪਏ ਬੱਟਾਂ ਨੂੰ ਤਣ ਕੇ ਰੱਖਣ ਲਈ ਸੀ, ਕਿਉਂ ਜੋ ਜ਼ੁਬਾਨ ਨੂੰ ਤਾਂ ਭਾਵੇਂ ਉਹ ਤਾਲਾ ਮਾਰ ਕੇ ਰੱਖ ਸਕਦੀ ਸੀ, ਪਰ ਆਪਣੀਆਂ ਅੱਖਾਂ ਵਿੱਚ ਦਹਿਕਦੇ ਅੰਗਿਆਰਿਆਂ ਨੂੰ ਉਹ ਨਸ਼ਰ ਹੋਣ ਤੋਂ ਰੋਕ ਨਹੀਂ ਸਕਦੀ ਸੀ। ਡਰਦੀ ਸੀ ਕਿ ਕਿਤੇ ਇਹ ਅੰਗਿਆਰੇ ਜਿੰਦੇ ਨੂੰ ਖੜੇ ਖੜੋਇਆ ਹੀ ਜਲਾ ਕੇ ਨਾ ਰੱਖ ਦੇਣ, ਜਦ ਕਿ ਜਿੰਦੇ ਭਾਣੇ ਦਾ ਇਹ ਅੰਗਿਆਰੇ ਤਾਰੋ ਦੀ ਰੂਹ 'ਚੋਂ ਨਹੀਂ ਸਗੋਂ ਉਹਦੀ ਦੇਹ 'ਚੋਂ ਦਹਿਕਣੇ ਚਾਹੀਦੇ ਸਨ। ਜਿੰਦਾ ਤਾਰੋ ਦਾ ਇਹ ਬਦਲਿਆ ਰੂਪ ਵੇਖ ਕੇ ਹੈਰਾਨ ਹੀ ਰਹਿ ਗਿਆ ਸੀ। ਉਹ ਤਾਰੋ ਦੇ ਨੇੜੇ ਗਿਆ ਅਤੇ ਉਸਨੇ ਆਪਣੇ ਕਲਾਬੇ ਵਿੱਚ ਭਰਨ ਦੀ ਕੋਸ਼ਿਸ਼ ਕਰਨ ਲੱਗਾ, ਪਰ ਜਿੰਦਾ ਜਿਵੇਂ ਜਿਵੇਂ ਅੱਗੇ ਵੱਧਦਾ ਜਾਂਦਾ ਤਾਰੋ ਖੁਦ ਨੂੰ ਜਿੰਦੇ ਤੋਂ ਪਿੱਛੇ ਹਟਾਉਂਦੀ ਜਾਂਦੀ। ਸ਼ਾਇਦ ਉਹ ਅੱਜ ਦੀ ਰਾਤ ਲਈ ਖੁਦ ਨੂੰ ਤਿਆਰ ਨਹੀਂ ਸੀ ਕਰ ਪਾਈ। ਕੀ ਹੋਇਆ ਤਾਰੋ? ਜਿੰਦੇ ਨੂੰ ਹੈਰਾਨੀ ਹੋਈ ਕਿ ਤਾਰੋ ਉਸ ਨਾਲ ਇਹੋ ਜਿਹਾ ਸਲੂਕ ਕਿਉਂ ਕਰ ਰਹੀ ਸੀ, ਜਦ ਕਿ ਜਿੰਦਾ ਉਸ ਲਈ ਕੋਈ ਓਪਰਾ ਬੰਦਾ ਤਾਂ ਨਹੀਂ ਸੀ। ਜੀ ਕੁਝ ਨਹੀਂ, ਤਾਰੋ ਨੇ ਕੰਬਦੀ ਆਵਾਜ਼ ਵਿੱਚ ਜਵਾਬ ਦਿੱਤਾ। ਵੈਸੇ ਸੁਰਖੀ ਲਾਈ ਤੇਰੇ ਬੜੀ ਸੋਹਣੀ ਲੱਗਦੀ ਏ, ਲਾ ਕੇ ਰੱਖਿਆ ਕਰ, ਆਖਦਿਆਂ ਜਿੰਦੇ ਨੇ ਆਪਣਾ ਚਿਹਰਾ ਤਾਰੋ ਦੇ ਐਨ ਨੇੜੇ ਲੈ ਆਂਦਾ। ਪਰ ਇਸ ਤੋਂ ਪਹਿਲਾਂ ਕਿ ਉਹ ਉਸਨੂੰ ਛੂਹ ਹੀ ਪਾਉਂਦਾ, ਤਾਰੋ ਨੇ ਜਿੰਦੇ ਨੂੰ ਧੱਕਾ ਦੇ ਦਿੱਤਾ ਤੇ ਰੋਂਦੀ ਹੋਈ ਬਾਹਰ ਵਿਹੜੇ ਵੱਲ ਨੂੰ ਭੱਜ ਗਈ। ਪਿੱਛੇ ਜਿੰਦੇ ਨੂੰ ਯਕਦਮ ਬੜੀ ਇਸ ਸਥਿਤੀ ਦੀ ਕੁਝ ਸਮਝ ਹੀ ਨਹੀਂ ਆਈ ਤੇ ਨਾ ਹੀ ਉਹ ਇਸ ਹਾਲਤ ਵਿੱਚ ਸੀ ਕਿ ਤਾਰੋ ਤੋਂ ਕੁਝ ਪੁੱਛ ਹੀ ਪਾਉਂਦਾ। ਇੱਕ ਅਜੀਬ ਜਿਹੀ ਖਾਮੋਸ਼ੀ ਸਾਰੇ ਘਰ ਵਿੱਚ ਪਸਰ ਗਈ ਸੀ। ਖਾਮੋਸ਼ੀ ਦੇ ਆਲਮ ਵਿੱਚ ਹੀ ਦੋਵਾਂ ਨੇ ਇਹ ਰਾਤ ਅੱਖਾਂ ਵਿੱਚ ਹੀ ਬਿਤਾਈ।
ਅਗਲੀ ਸਵੇਰ ਜਿੰਦਾ ਇਹ ਕਹਿ ਕੇ ਘਰੋਂ ਬਾਹਰ ਚਲਾ ਗਿਆ ਕਿ ਉਹ ਆਪਣੇ ਕੁਝ ਪੁਰਾਣੇ ਦੋਸਤਾਂ ਮਿੱਤਰਾਂ ਨੂੰ ਮਿਲਣ ਲਈ ਜਾ ਰਿਹਾ ਹੈ। ਇੱਧਰ ਤਾਰੋ ਨੂੰ ਮਿਲਣ ਲਈ ਸਾਰਾ ਦਿਨ ਕੋਈ ਨਾ ਕੋਈ ਪਿੰਡ ਵਾਲਾ ਆਉਂਦਾ ਹੀ ਰਿਹਾ। ਆਂਢੀ ਗੁਆਂਢੀ ਉਸ ਨੂੰ 100 ਤਰ੍ਹਾਂ ਦੇ ਸਵਾਲ ਪੁੱਛਦੇ ਰਹੇ, ਪਰ ਤਾਰੋ ਕੁਝ ਨਾ ਕੁਝ ਆਖ ਕੇ ਉਹਨਾਂ ਦੇ ਸਵਾਲਾਂ ਨੂੰ ਹੀ ਟਾਲਦੀ ਰਹੀ। ਜਿੰਦਾ ਵੀ ਤਾਂ ਇਹੀਓ ਕਰ ਰਿਹਾ ਸੀ। ਲੋਕਾਂ ਦੇ ਸਵਾਲਾਂ ਤੋਂ ਬਚਣ ਲਈ ਉਹ ਸਵੇਰ ਸਾਰੀ ਘਰੋਂ ਨਿਕਲ ਆਇਆ ਕਰਦਾ ਸੀ, ਜਦ ਕਿ ਰਾਤ ਨੂੰ ਦੇਰ ਗਏ ਹੀ ਵਾਪਸ ਮੁੜਦਾ ਸੀ। ਜਿਵੇਂ ਜਿਵੇਂ ਦਿਨ ਬੀਤਦੇ ਜਾ ਰਹੇ ਸਨ, ਜਿੰਦੇ ਦਾ ਵਾਪਸ ਵਲੈਤ ਜਾਣ ਦਾ ਵੀ ਵਕਤ ਨੇੜੇ ਟੁੱਕਦਾ ਜਾਂਦਾ ਸੀ, ਪਰ ਇਸ ਗੱਲ ਦੀ ਖਬਰ ਹਲੇ ਕਿਸੇ ਨੂੰ ਵੀ ਨਹੀਂ ਸੀ, ਤਾਰੋ ਨੂੰ ਵੀ ਨਹੀਂ। ਉਹ ਤਾਂ ਉਦਣ ਦੀ ਹੀ ਇਹੀ ਸੋਚ ਕੇ ਬੈਠੀ ਸੀ ਕਿ ਜਿੰਦਾ ਹੁਣ ਹਮੇਸ਼ਾ ਇੱਥੇ ਹੀ ਰਹੇਗਾ, ਵਾਪਸ ਵਲੈਤ ਨਹੀਂ ਮੁੜੇਗਾ। ਪਰ ਜਿੰਦਾ ਤਾਂ ਆਇਆ ਹੀ ਵਾਪਸ ਪਰਤਣ ਲਈ ਹੀ ਸੀ। ਇੱਕ ਦਿਨ ਬੰਤੋ ਤਾਰੋ ਨੂੰ ਕੋਈ ਸਲਾਹ ਦੇ ਕੇ ਗਈ ਸੀ। ਸਲਾਹ ਵੀ ਕੀ, ਸਗੋਂ ਆਪਣੇ ਦੱਸੇ ਮੁਤਾਬਿਕ ਕੰਮ ਕਰਨ ਲਈ ਤਾਰੋ ਨੂੰ ਮਨੋਂ ਪੱਕਾ ਹੀ ਕਰ ਗਈ ਸੀ। ਉਸੇ ਰਾਤ ਜਿੰਦਾ ਘਰ ਵਾਪਸ ਆਇਆ ਤਾਂ ਉਹਦਾ ਸਵਾਗਤ ਜਗਦੇ ਹੋਏ ਦੀਵਿਆਂ ਨੇ ਕੀਤਾ। ਕੁਝ ਦਿਨ ਬੀਤੇ ਤਾਂ ਪਤਾ ਲੱਗਿਆ ਕਿ ਤਾਰੋ ਜਿੰਦੇ ਪਾਸੋਂ ਹਾਮਲਾ ਹੋ ਚੁੱਕੀ ਸੀ। ਆਪਣੇ ਮਾਂ ਬਣਨ ਦੇ ਅਹਿਸਾਸ ਨਾਲ ਤਾਰੋ ਬੇਹੱਦ ਖੁਸ਼ ਸੀ। ਦੂਜੇ ਪਾਸੇ ਜਿੰਦੇ ਤੋਂ ਵੀ ਉਹਦੇ ਬਾਪ ਬਣਨ ਦਾ ਚਾਅ ਚੁੱਕਿਆ ਨਹੀਂ ਸੀ ਜਾ ਰਿਹਾ। ਉਹਦੇ ਦੋਸਤ ਮਿੱਤਰ ਸਮੇਤ ਸਾਕ ਸੰਬੰਧੀ ਘਰ ਆ ਕੇ ਉਸ ਨੂੰ ਵਧਾਈ ਦਿੰਦੇ ਨਹੀਂ ਸੀ ਥੱਕਦੇ। ਸਭ ਕਾਮਨਾ ਕਰਦੇ ਸਨ ਕਿ ਜੱਚਾ ਤੇ ਬੱਚਾ ਦੋਵੇਂ ਰਾਜੀ ਖੁਸ਼ੀ ਰਹਿਣ। ਪਰ ਗੱਲ ਕੀ ਹੋਣਾ, ਕਿਹਨੇ ਵੇਖਿਆ ਹੈ। ਲਿਖੀ ਨਾਲੋਂ ਵੱਧ ਤੇ ਮੂੰਹੋਂ ਮੰਗੀ ਮੌਤ ਅੱਜ ਤੱਕ ਕਿਸੇ ਨੂੰ ਵੀ ਨਹੀਂ ਮਿਲੀ। ਹਲੇ ਕੁਝ ਮਹੀਨੇ ਹੀ ਬੀਤੇ ਸਨ ਕਿ ਤਾਰੋ ਦੇ ਢਿੱਡ ਵਿੱਚ ਤੇਜ਼ ਦਰਦ ਹੋਣ ਕਰਕੇ ਉਸ ਨੂੰ ਹਸਪਤਾਲ ਦਾਖਲ ਕਰਾਉਣਾ ਪੈ ਗਿਆ। ਡਾਕਟਰ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਤਾਰੋ ਦੀ ਬੱਚੇਦਾਨੀ ਵਿੱਚ ਇਨਫੈਕਸ਼ਨ ਹੋਣ ਕਰਕੇ ਉਹਦਾ ਬੱਚਾ ਬਹੁਤੀ ਦੇਰ ਤੱਕ ਸਰਵਾਈਵ ਨਹੀਂ ਸੀ ਕਰ ਪਾਇਆ। ਪਹਿਲੇ ਹੀ ਬੱਚੇ ਦੇ ਡਿੱਗਣ ਕਰਕੇ ਤਾਰੋ ਅੰਦਰ ਤੱਕ ਟੁੱਟ ਗਈ ਜਾਪਦੀ ਸੀ। ਉਸ ਦਿਨ ਤੋਂ ਮਗਰੋਂ ਉਸਨੇ ਅੰਨ ਜਲ ਸਭ ਕੁਝ ਤਿਆਗ ਦਿੱਤਾ ਸੀ, ਜਿਵੇਂ ਆਪਣੇ ਮਰ ਚੁੱਕੇ ਬੱਚੇ ਦੇ ਅਫਸੋਸ ਵਿੱਚ ਆਪ ਹੀ ਮਰ ਜਾਣਾ ਚਾਹੁੰਦੀ ਹੋਵੇ। ਉਹਦੇ ਤੁਰ ਅੰਦਰੋਂ ਇੱਕ ਹੂਕ ਉੱਠਦੀ ਤੇ ਉਹ ਖੁਦ ਨੂੰ ਆਪਣੇ ਬੱਚੇ ਦੀ ਮੌਤ ਲਈ ਕਸੂਰਵਾਰ ਸਮਝਣ ਲੱਗਦੀ। ਸੋਚ ਰਹੀ ਹੁੰਦੀ ਕਿ ਉਹਦੇ ਅੰਦਰ ਹੀ ਕੋਈ ਕਮੀ ਰਹਿ ਗਈ ਹੋਣੀ ਹੈ, ਪਰ ਸੱਚਾਈ ਇਹ ਨਹੀਂ ਸੀ ਜੋ ਤਾਰੋ ਸੋਚ ਰਹੀ ਸੀ। ਅਸਲ ਤਾਰੋ ਦੇ ਅੰਦਰ ਪਲ ਰਹੀ ਉਸ ਨੰਨੀ ਜਾਨ ਦੇ ਕਾਤਲ ਹਾਫਿਜ਼ ਦੇ ਉਹ ਸ਼ਿਕਾਰੀ ਸਨ ਜਿਨ੍ਹਾਂ ਤਾਰੋ ਨਾਲ ਰਾਜ ਤੋਂ ਕੁਝ ਸਾਲ ਪਹਿਲਾਂ ਗੈਂਗ ਰੇਪ ਕੀਤਾ ਸੀ। ਉਸ ਦਿਨ ਜਦ ਜੱਗੀ ਤਾਰੋ ਨੂੰ ਧੱਕੇ ਨਾਲ ਆਪਣੀ ਕਾਰ ਵਿੱਚ ਬਿਠਾ ਕੇ ਕਿਸੇ ਸੁੰਨਸਾਨ ਰਾਹ 'ਤੇ ਲੈ ਆਇਆ ਸੀ, ਉਦੋਂ ਇਸ ਗੱਲ ਦੀ ਖਬਰ ਉਸਨੇ ਆਪਣੇ ਦੋਸਤਾਂ ਨੂੰ ਵੀ ਦਿੱਤੀ ਸੀ। ਇਹ ਉਹੀ ਦੋਸਤ ਸਨ ਜੋ ਹਰ ਮਾੜੇ ਕੰਮ ਵਿੱਚ ਜੱਗੀ ਦਾ ਸਾਥ ਦਿੰਦੇ ਸਨ, ਤੇ ਚੰਗਾ ਕੰਮ ਤਾਂ ਜੱਗੀ ਨੇ ਕਦੇ ਕੋਈ ਕੀਤਾ ਹੀ ਨਹੀਂ ਸੀ। ਆਪਣੇ ਇਲਾਕੇ ਵਿੱਚ ਜੱਗੀ ਆਪਣੇ ਬਦਮਾਸ਼ ਹੋਣ ਕਰਕੇ ਮਸ਼ਹੂਰ ਸੀ, ਤੇ ਤਾਰੋ ਦੀ ਬਦਕਿਸਮਤੀ ਕਿ ਜੱਗੀ ਰਿਸ਼ਤੇਦਾਰੀ ਵਿੱਚੋਂ ਉਹਦਾ ਦਿਓਰ ਲੱਗਦਾ ਸੀ, ਭਾਵੇਂ ਦੂਰ ਦਾ ਹੀ ਸਹੀ। ਤਾਰੋ ਤੋਂ ਪਹਿਲਾਂ ਵੀ ਉਹ ਕਈ ਕੁੜੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਚੁੱਕਿਆ ਸੀ, ਜਿਨ੍ਹਾਂ ਵਿੱਚੋਂ ਕਈ ਕੁੜੀਆਂ ਨੇ ਤਾਂ ਕੇਵਲ ਇਸੇ ਲਈ ਆਤਮ ਹੱਤਿਆ ਕਰ ਲਈ ਸੀ ਕਿ ਇੱਕ ਗੈਰ ਮਰਦਾ ਅੰਸ਼ ਉਹਨਾਂ ਅੰਦਰ ਪ੍ਰਵੇਸ਼ ਕਰ ਚੁੱਕਾ ਸੀ। ਰਹੀ ਗੱਲ ਤਾਰੋ ਦੀ, ਤਾਂ ਉਸ ਨਾਲ ਭਾਵੇਂ ਅਜਿਹਾ ਨਹੀਂ ਸੀ ਹੋਇਆ, ਪਰ ਜੋ ਵੀ ਹੋਇਆ ਇਸ ਤੋਂ ਵੀ ਬੁਰਾ ਹੋਇਆ। ਜੱਗੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਤਾਰੋ ਨਾਲ ਕੁਕਰਮ ਕਮਾਇਆ। ਉਹਦੇ ਪਾਪ ਦਾ ਤਾਂ ਪਤਾ ਨਹੀਂ, ਪਰ ਉਹਦਾ ਫਲ ਜ਼ਰੂਰ ਤਾਰੋ ਨੂੰ ਭੁਗਤਣਾ ਪੈ ਗਿਆ ਸੀ। ਉਸਦੇ ਜਿਸਮ ਨੂੰ ਮਿਲੇ ਅੰਦਰੂਨੀ ਜ਼ਖਮਾਂ ਦੇ ਕਾਰਨ ਉਹਦੀ ਬੱਚੇਦਾਨੀ ਨੂੰ ਕਾਫੀ ਨੁਕਸਾਨ ਹੋਇਆ ਸੀ। ਇਹ ਜ਼ਖਮ ਇੰਨੇ ਕੁ ਗੰਭੀਰ ਸਨ ਕਿ 7 ਸਾਲਾਂ ਦਾ ਇੱਕ ਲੰਬਾ ਵਾਕਵਾ ਵੀ ਇਹਨਾਂ ਜ਼ਖਮਾਂ ਨੂੰ ਭਰ ਨਹੀਂ ਸੀ ਪਾਇਆ। ਕੁਝ ਇਸ ਦਾ ਕਾਰਨ ਇਹ ਵੀ ਸੀ ਕਿ ਜਦ ਤਾਰੋ ਇਸ ਮੱਧਭਾਗੇ ਦਿਨ ਮਗਰੋਂ ਹਸਪਤਾਲ ਜਾਂਚ ਲਈ ਗਈ ਸੀ ਤਾਂ ਪੜਤਾਲ ਮਗਰੋਂ ਖੁਦ ਡਾਕਟਰ ਨੇ ਵੀ ਉਸ ਤੋਂ ਸੱਚ ਦਾ ਲੁਕੋ ਰੱਖਿਆ ਸੀ। ਰੇਪ ਕੇਸ ਜਾਣ ਕੇ ਉਸਨੇ ਇਸ ਮਾਮਲੇ ਨੂੰ ਹੱਥ ਨਹੀਂ ਸੀ ਪਾਇਆ, ਵਰਨਾ ਜੇ ਡਾਕਟਰ ਉਹਦਾ ਸਮੇਂ ਸਿਰ ਇਲਾਜ ਕਰਨਾ ਸ਼ੁਰੂ ਕਰ ਦਿੰਦਾ ਤਾਂ ਸ਼ਾਇਦ ਤਾਰੋ ਦਾ ਪਹਿਲਾ ਬੱਚਾ ਅੱਜ ਇਸ ਤਰ੍ਹਾਂ ਅਣਹਾਈ ਮੌਤ ਦਾ ਨਾ ਮਰਦਾ। ਇਹ ਉਹ ਸਮਾਂ ਸੀ ਜਦ ਤਾਰੋ ਦੇ ਸਹੁਰੇ ਦਾ ਕਤਲ ਕੇਸ ਚੱਲ ਰਿਹਾ ਸੀ। ਕੇਸ ਵਿੱਚ ਜਿੱਤ ਵਿਰੋਧੀਆਂ ਦੀ ਹੋਈ ਸੀ, ਕਿਉਂ ਜੋ ਪੁਲਿਸ ਤੋਂ ਲੈ ਕੇ ਡਾਕਟਰ ਤੱਕ ਹਰ ਕੋਈ ਝੂਠ ਦੀ ਹੀ ਗਵਾਹੀ ਭਰ ਰਿਹਾ ਸੀ। ਅਜਿਹੇ ਵਿੱਚ ਫਿਰ ਇਨਸਾਫ ਦੀ ਆਸ ਵੀ ਕਿੱਥੋਂ ਬੱਝਣੀ ਸੀ। ਇਹ ਜੱਗੀ ਹੀ ਸੀ
ਜਿਸ ਨੇ ਉਸ ਵਕਤ ਡਾਕਟਰ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਸੀ ਕਿ ਉਹ ਜੋ ਮਰਜ਼ੀ ਹੋ ਜਾਵੇ, ਅਖੀਰ 'ਤੇ ਸਭ ਨੂੰ ਇਹੀ ਕਹੇਗਾ ਕਿ ਸਭ ਠੀਕ ਹੈ। ਤਾਰੋ ਨੂੰ ਮਿਲੇ ਇਹਨਾਂ ਅੰਦਰੂਨੀ ਜ਼ਖਮਾਂ ਕਾਰਨ ਅੱਜ ਉਸਦਾ ਬੱਚਾ ਉਹਦੇ ਕੋਲ ਨਹੀਂ ਸੀ। ਇੱਕ ਮਾਂ ਲਈ ਇਸ ਤੋਂ ਮੰਦਭਾਗਾ ਭਲਾ ਹੋਰ ਕੀ ਹੋ ਸਕਦਾ ਸੀ। ਇਸ ਵਕਤ ਉਹ ਐਸੀ ਮਾਨਸਿਕ ਤਕਲੀਫ ਵਿੱਚੋਂ ਗੁਜ਼ਰ ਰਹੀ ਸੀ ਜਿਸ ਨੂੰ ਉਹ ਬੋਲ ਕੇ ਵੀ ਬਿਆਨ ਨਹੀਂ ਸੀ ਕਰ ਸਕਦੀ। ਕੁਝ ਦਿਨਾਂ ਬਾਅਦ ਤਾਰੋ ਨੂੰ ਹਸਪਤਾਲ ਵਿੱਚ ਛੁੱਟੀ ਮਿਲ ਗਈ ਸੀ। ਘਰ ਆਈ ਤਾਂ ਤਾਰੋ ਨੂੰ ਘਰ ਦਾ ਵਿਹੜਾ ਵੀ ਵੱਢ ਵੱਢ ਕੇ ਖਾਵੇ। ਜਿਸ ਵਿਹੜੇ ਵਿੱਚ ਕਿਸੇ ਬੱਚੇ ਦੀਆਂ ਕਿਲਕਾਰੀਆਂ ਗੂੰਜਣੀਆਂ ਸਨ, ਜਿਸ ਵਿਹੜੇ ਵਿੱਚ ਉਸਨੇ ਭੱਜਣਾ ਦੌੜਨਾ ਸੀ, ਉਹ ਵਿਹੜਾ ਆਬਾਦ ਹੋਣ ਤੋਂ ਪਹਿਲਾਂ ਹੀ ਉੱਜੜ ਚੱਲਿਆ ਸੀ। ਇਸ ਸੁੰਨੇ ਵਿਹੜੇ ਵਿੱਚ ਹੁਣ ਉਸਦਾ ਜੀਅ ਨਹੀਂ ਸੀ ਲੱਗਦਾ। ਉਸਨੂੰ ਲੱਗਦਾ ਸੀ ਜਿਵੇਂ ਇਸ ਵਿਹੜੇ ਦੇ ਨਾਲ ਨਾਲ ਉਹਦੀ ਜ਼ਿੰਦਗੀ ਵਿੱਚ ਵੀ ਵੀਰਾਨੀ ਆ ਗਈ ਹੋਵੇ। ਉੱਤੋਂ ਜਿੰਦਾ ਵੀ ਤਾਂ ਉਸ ਦਿਨ ਦਾ ਤਾਰੋ ਨਾਲ ਉਖੜਿਆ ਉਖੜਿਆ ਰਹਿਣ ਲੱਗ ਪਿਆ ਸੀ, ਜਦ ਕਿ ਜਿਸ ਵੇਲੇ ਤਾਰੋ ਨੂੰ ਜਿੰਦੇ ਦੀ ਸਭ ਤੋਂ ਵੱਧ ਜ਼ਰੂਰਤ ਸੀ, ਉਹ ਉਸ ਵੇਲੇ ਤਾਰੋ ਦਾ ਸਾਥ ਨਹੀਂ ਸੀ ਦੇ ਰਿਹਾ। ਇੰਨੀ ਦਿਨੀਂ ਤਾਰੋ ਨਾਲ ਇੱਕ ਨਵੀਂ ਗੱਲ ਹੋਈ। ਉਹਦੀ ਗਵਾਂਢਣ ਬੰਤੋ, ਜੋ ਉਸ ਨਾਲ ਇਸ ਗੱਲੋਂ ਈਰਖਾ ਕਰਦੀ ਸੀ ਕਿ ਤਾਰੋ ਬੰਤੋ ਨਾਲੋਂ ਵੱਧ ਸੋਹਣੀ ਹੈ ਤੇ ਉਸਦਾ ਆਪਣਾ ਪਤੀ ਕੈਲਾ ਬੰਤੋ ਦੇ ਹੋਣ ਦੇ ਬਾਵਜੂਦ ਵੀ ਆਪਣੀ ਗਵਾਂਢਣ ਤਾਰੋ 'ਤੇ ਅੱਖ ਰੱਖਦਾ ਹੈ। ਤਾਰੋ ਦੇ ਬੱਚਾ ਗਵਾਂਢਣ ਤੋਂ ਬਾਅਦ ਹੁਣ ਉਸਦੀ ਹਿਮਾਤੜ ਬਣ ਗਈ ਜਾਪਦੀ ਸੀ। ਪਤਾ ਨਹੀਂ ਹੁਣ ਉਹ ਉਸਦੀ ਹਮਦਰਦੀ ਸੀ, ਉਹਦੇ ਮਨ ਦੀ ਕੋਈ ਖੁਰਾਫਾਤ, ਜੋ ਉਹ ਤਾਰੋ ਦੇ ਕਰਦਾ ਨਾ ਕੇਵਲ ਕੰਮ ਕਾਜ ਹੀ ਕਰ ਜਾਇਆ ਕਰਦੀ ਸੀ, ਸਗੋਂ ਇਸ ਦੁੱਖ ਤੋਂ ਉਭਰਨ ਵਿੱਚ ਉਸਦੀ ਪੂਰੀ ਸਹਾਇਤਾ ਵੀ ਕਰ ਰਹੀ ਸੀ। ਇੱਕ ਦਿਨ ਬੰਤੋ ਤਾਰੋ ਦੇ ਘਰ ਉਸਨੂੰ ਸਵਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਤਾਰੋ ਉਸਦੇ ਲੱਖ ਯਤਨਾਂ ਦੇ ਬਾਵਜੂਦ ਵੀ ਸੌਂ ਨਹੀਂ ਸੀ ਰਹੀ। ਤਾਰੋ ਮੁੜ ਧੜੇ ਪਿਛਲੀਆਂ ਗੱਲਾਂ ਲੈ ਕੇ ਬਹਿ ਜਾਂਦੀ ਸੀ, ਜਦ ਕਿ ਬੰਤੋ ਉਸਨੂੰ ਵਾਰ-ਵਾਰ ਇਹ ਕਹਿੰਦੀ ਥੱਕ ਗਈ ਸੀ ਕਿ ਉਹ ਇਹ ਸਭ ਗੱਲਾਂ ਨਾ ਕਰੇ, ਉਹ ਬਸ ਚੁੱਪ ਰਹੇ, ਸ਼ਾਂਤ ਰਹੇ ਤੇ ਸੌਣ ਦੀ ਕੋਸ਼ਿਸ਼ ਕਰੇ। ਪਰ ਤਾਰੋ ਦੇ ਮਨ ਦੀ ਹਾਲਤ ਇੰਨੀ ਛੇਤੀ ਸੰਭਾਲਣ ਵਾਲੀ ਨਹੀਂ ਸੀ। ਕੁਝ ਉਸਨੂੰ ਜਿੰਦੇ ਦਾ ਦਿਨ ਬ ਦਿਨ ਬਦਲਦਾ ਵਿਵਹਾਰ ਵੀ ਤਕਲੀਫ ਦੇ ਰਿਹਾ ਸੀ। ਉਹ ਜਿੰਦੇ ਤੋਂ ਐਸੀ ਉਮੀਦ ਨਹੀਂ ਸੀ ਰੱਖਦੀ। ਉਹ ਸੋਚਦੀ ਸੀ ਕਿ ਜੇਕਰ ਉਹ ਜਿੰਦੇ ਨਾਲ ਹਰ ਕਦਮ 'ਤੇ ਉਸਦੇ ਨਾਲ ਖੜੀ ਹੈ ਤਾਂ ਉਸਨੂੰ ਵੀ ਚਾਹੀਦਾ ਹੈ ਕਿ ਉਹ ਵੀ ਉਹਦਾ ਸਾਥ ਦੇਵੇ। ਜਿੰਦਾ ਕੀ ਸੋਚਦਾ ਹੈ? ਕੇਵਲ ਉਸੇ ਨੇ ਬੱਚਾ ਗਵਾਇਆ ਹੈ ਜਾਂ ਕੇਵਲ ਉਹੀ ਹੈ ਜਿਸ ਨੂੰ ਪੀੜ ਹੋਈ ਹੈ? ਉਹ ਬਾਪ ਨਹੀਂ ਬਣ ਸਕਿਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਉਹ ਕਦੇ ਵੀ ਬਾਪ ਨਹੀਂ ਬਣ ਸਕੇਗਾ। ਖੁਦ ਨੂੰ ਉਸ ਤੋਂ ਤੇ ਇਸ ਦੁਨੀਆ ਤੋਂ ਦੂਰ ਕਰਕੇ ਉਹ ਕੀ ਸੋਚਦਾ? ਉਹ ਆਪਣੇ ਆਪ ਹੱਥੀਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਪਾਵੇਗਾ। ਕੀ ਉਸਨੂੰ ਸੱਚਮੁੱਚ ਹੀ ਲੱਗਦਾ ਹੈ ਕਿ ਉਸਦੀ ਜ਼ਿੰਦਗੀ ਖਤਮ ਹੋ ਚੱਲੀ ਹੈ, ਜਾਂ ਉਹ ਇਹ ਸੋਚਦਾ ਹੈ ਕਿ ਉਹਦੇ ਜੀਣ ਦਾ ਕੋਈ ਅਰਥ ਹੀ ਨਹੀਂ ਰਿਹਾ? ਇਸ ਲਿਹਾਜ਼ ਤੋਂ ਇਹ ਸਭ ਗੱਲਾਂ ਤਾਰੋ ਵੀ ਸੋਚ ਸਕਦੀ ਹੈ। ਉਹ ਵੀ ਖੁਦ ਨੂੰ ਦੁਨੀਆ ਤੋਂ ਦੂਰ ਕਰਕੇ ਅਨੰਤ ਤਕਲੀਫ ਦਾ ਇੱਕ ਜਿਉਂਦਾ ਜਾਗਦਾ ਨਮੂਨਾ ਬਣ ਕੇ ਰਹਿ ਸਕਦੀ ਹੈ। ਕੀ ਲੋੜ ਹੈ ਉਸਨੂੰ ਆਪਣੇ ਅੰਦਰ ਦੀ ਪੀੜ ਆਪਣੇ ਅੰਦਰ ਹੀ ਦੱਬ ਕੇ ਰੱਖਣ ਦੀ? ਕਿਉਂ ਉਹ ਚੁੱਪਚਾਪ ਸਭ ਕੁਝ ਸਹਾਰ ਰਹੀ ਹੈ? ਕਿਉਂ ਨਹੀਂ ਚੀਕਦੀ ਪਈ? ਕਿਉਂ ਨਹੀਂ ਕੀਰਨੇ ਪਾ ਰਹੀ? ਕਿਉਂ ਖੁਦ ਦੇ ਅਥਰੂਆਂ ਨੂੰ ਤੁਪਕਾ ਤੁਪਕਾ ਵਹਾਉਣ ਲਈ ਮਜਬੂਰ ਹੈ? ਕੀ ਉਹ ਇਨਸਾਨ ਨਹੀਂ, ਜਾਂ ਉਸਦੇ ਅੰਦਰ ਕੋਈ ਜਜ਼ਬਾਤ ਨਹੀਂ? ਕੀ ਉਸਨੂੰ ਕੁਝ ਮਹਿਸੂਸ ਨਹੀਂ ਹੁੰਦਾ? ਕੀ ਇੱਕ ਔਰਤ ਦੀ ਪੀੜ, ਉਹਦੀ ਤਕਲੀਫ, ਉਹਦਾ ਦੁੱਖ, ਉਹਦਾ ਦਰਦ ਇੱਕ ਮਰਦ ਦੇ ਲਈ ਕੁਝ ਵੀ ਨਹੀਂ? ਕੀ ਇਹਨਾਂ ਭਾਵਾਂ ਦੇ ਕੋਈ ਮਾਇਨੇ ਨਹੀਂ? ਕੀ ਵਿਪਰੀਤ ਪਰਿਸਥਿਤੀਆਂ ਆਉਣ 'ਤੇ ਇੱਕ ਮਰਦ ਦੀ ਇੱਕ ਔਰਤ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ? ਕੀ ਔਰਤ ਨੂੰ ਇੰਨਾ ਵੀ ਹੱਕ ਨਹੀਂ ਕਿ ਉਹ ਜਿਹੀ ਸਥਿਤੀ ਵਿੱਚ ਉਹ ਆਪਣੇ ਮਰਦ ਤੋਂ ਉਹਦਾ ਸਾਥ ਪਾਲ ਸਕੇ, ਜਾਂ ਉਸ ਤੋਂ ਕੋਈ ਉਮੀਦ ਹੀ ਲਗਾ ਸਕੇ? ਕਿਉਂ ਪੀੜ ਵਿੱਚ ਨਪੀੜ ਹੋਣਾ ਕੇਵਲ ਔਰਤਾਂ ਦੇ ਹੀ ਹਿੱਸੇ ਆ? ਕਿਉਂ ਉਹਦੇ ਅਥਰੂਆਂ ਨੂੰ ਉਹਦੀ ਕਮਜ਼ੋਰੀ ਦੱਸਿਆ ਜਾਂਦਾ? ਕਿਉਂ ਉਸ ਤੋਂ ਇਹ ਆਸ ਰੱਖੀ ਜਾਂਦੀ ਆ ਉਹ ਦੁੱਖ ਨੂੰ ਜਰੇ ਪਰ ਉਸ ਨੂੰ ਜ਼ਾਹਰ ਨਾ ਕਰੇ? ਉਸ ਦਿਨ ਪਹਿਲੀ ਵਾਰ ਬੰਤੋ ਨੇ ਤਾਰੋ ਨੂੰ ਆਪਣੇ ਬੀਤੇ ਜੀਵਨ ਦੀ ਕਹਾਣੀ ਦੱਸੀ ਸੀ। ਦੱਸਿਆ ਸੀ ਕਿ ਉਹ ਕਿੰਜ ਕਲਕੱਤੇ ਤੋਂ ਪੰਜਾਬ ਆਈ ਸੀ। ਕਾਲੀ ਵੱਲ ਖਾਂਦੀ ਸੜਕ 'ਤੇ ਟਰੱਕ ਨੇ ਇੱਕਦਮ ਬ੍ਰੇਕ ਮਾਰੀ। ਉਹਦੇ ਪਿੱਛੇ ਆ ਰਹੀ ਗੱਡੀ ਸਿੱਧਾ ਟਰੱਕ ਵਿੱਚ ਜਾ ਵੱਜੀ। ਕੁਝ ਚਿਰ ਟਰੱਕ ਵਿੱਚੋਂ ਇੱਕ ਬੰਦਾ ਬਾਹਰ ਆਇਆ, ਲੰਮਾ ਤਕੜਾ ਜੁੱਸਾ, ਮੋਟੀਆਂ ਸੰਘਣੀਆਂ ਮੁੱਛਾਂ ਤੇ ਸੁੱਜੀਆਂ ਅੱਖਾਂ ਵਿੱਚ ਤੈਰਦੇ ਸੁਰਖ ਲਾਲ ਡੋਰੇ। ਨਾ ਤੈਨੂੰ ਦਿਸਦਾ ਨਹੀਂ, ਅੰਨਾ ਹੋਇਆ? ਉਹ ਬੰਦਾ ਸੜਕ ਦੇ ਵਿੱਚੋਂ ਵਿੱਚ ਪਏ ਇੱਕ ਆਦਮੀ ਨੂੰ ਗਾਲਾਂ ਕੱਢਣ ਲੱਗਿਆ। ਇੰਨੇ ਨੂੰ ਪਿਛਲੀ ਕਾਰ ਵਿੱਚ ਬੈਠਾ ਸਵਾਰ ਵੀ ਉਸ ਭਲਵਾਨ ਬੰਦੇ ਨਾਲ ਅੱਡਾ ਲਾਉਣ ਲਈ ਆ ਗਿਆ।
ਉਸਨੇ ਆਉਂਦੇ ਹੀ ਉਕਤ ਭਲਵਾਨ ਬੰਦੇ ਨੂੰ ਇੱਥੋਂ ਦੀ ਸਥਾਨਕ ਭਾਸ਼ਾ ਜੋ ਕਿ ਬੰਗਾਲੀ ਆਵਾ-ਤਵਾ ਬੋਲਣਾ ਸ਼ੁਰੂ ਕਰ ਦਿੱਤਾ। ਭਲਵਾਨ ਬੰਦੇ ਨੂੰ ਉਸ ਵਿਅਕਤੀ ਦਾ ਕਿਹਾ ਕੁਝ ਵੀ ਸਮਝ ਨਾ ਆਇਆ, ਪਰ ਉਹਦੀ ਟੈਂ-ਟੈਂ ਸੁਣ ਕੇ ਉਹਦਾ ਗੁੱਸਾ ਜ਼ਰੂਰ 7ਵੇਂ ਅਸਮਾਨ ਨੂੰ ਪਹੁੰਚ ਗਿਆ। ਸਾਲਾ ਕੀ ਬਕਦਾ, ਆ ਫੜ ਪੈਸੇ ਤੇ ਜਾ ਦਫਾ ਹੋ। ਇੱਕ ਦਬਕਾ ਜਿਹਾ ਮਾਰ ਕੇ ਭਲਵਾਨ ਬੰਦੇ ਨੇ ਇਸ ਬੰਦੇ ਨੂੰ ਕਾਰ ਵਾਲੇ ਨੂੰ ਤਾਂ ਭਜਾ ਦਿੱਤਾ, ਪਰ ਜਿਹੜਾ ਬੰਦਾ ਸੜਕ ਦੇ ਵਿੱਚੋਂ ਵਿੱਚ ਇਸ ਭਲਵਾਨ ਬੰਦੇ ਦੇ ਟਰੱਕ ਦੇ ਸਾਹਮਣੇ ਪਿਆ ਸੀ, ਇਹ ਹਲੇ ਵੀ ਆਪਣੀ ਥਾਂ ਤੋਂ ਕੁੱਥਾ ਨਹੀਂ ਸੀ ਹੋਇਆ। ਕੌਣ ਹੈ ਓਏ? ਪੈਰ ਦੇ ਠੁੱਡੇ ਨਾਲ ਜਦ ਭਲਵਾਨ ਬੰਦੇ ਨੇ ਉਸ ਬੰਦੇ ਨੂੰ ਹਿਲਾਇਆ ਤਾਂ ਉਸ ਵੇਖਿਆ ਕਿ ਬੰਦਾ ਕਾਫੀ ਜ਼ਖਮੀ ਹਾਲਤ ਵਿੱਚ ਸੀ। ਲੱਗਦਾ ਸੀ ਜਿਵੇਂ ਨਾਲ ਦੀ ਪਹਾੜੀ ਤੋਂ ਰੁੜਦਾ ਸੜਕ 'ਤੇ ਆ ਡਿੱਗਾ ਸੀ। ਇਹ ਉਹੀ ਸੀ ਕੈਲਾ ਜੋ ਇਸ ਵਕਤ ਅਰਧ ਚੇਤਨ ਅਵਸਥਾ ਵਿੱਚ ਸੀ। ਉਸਨੂੰ ਆਲੇ ਦੁਆਲੇ ਕੀ ਵਾਪਰਿਆ ਸੀ ਇਹ ਤਾਂ ਮਹਿਸੂਸ ਹੋ ਰਿਹਾ ਸੀ, ਪਰ ਇਸ ਕਾਸੇ ਉਸਨੂੰ ਸਮਝ ਕੁਝ ਵੀ ਨਹੀਂ ਲੱਗ ਰਹੀ ਸੀ। ਇਸ ਵਕਤ ਨਾ ਉਸਦੀਆਂ ਅੱਖਾਂ ਹੀ ਖੁੱਲ੍ਹੀਆਂ ਜਾ ਰਹੀਆਂ ਸਨ ਅਤੇ ਨਾ ਹੀ ਕੁਝ ਬੋਲਿਆ ਹੀ ਜਾ ਰਿਹਾ ਸੀ। ਉਹਦੀਆਂ ਸੱਟਾਂ ਕਾਫੀ ਗੁੱਝੀਆਂ ਸਨ, ਪਰ ਗਨੀਮਤ ਸੀ ਕਿ ਉਹ ਹੋਸ਼ ਵਿੱਚ ਸੀ। ਦਰਦ ਭਰੀ ਇੱਕ ਕੈਲੇ ਦੇ ਮੂੰਹੋਂ ਉਸ ਵਕਤ ਨਿਕਲੀ ਜਦ ਉਸ ਭਲਵਾਨ ਬੰਦੇ ਨੇ ਉਸਨੂੰ ਠੁੱਡਾ ਮਾਰਿਆ, ਜਿਸ ਨਾਲ ਭਲਵਾਨ ਬੰਦਾ ਵੀ ਇਹ ਸਮਝ ਗਿਆ ਕਿ ਉਹਦੇ ਸਾਹਮਣੇ ਪਿਆ ਸ਼ਖਸ ਸੱਚਮੁੱਚ ਹੀ ਕਿਸੇ ਤਕਲੀਫ ਵਿੱਚ ਹੈ। ਥੋੜ੍ਹੀ ਦੇਰ ਨੂੰ ਉਸਨੇ ਕੈਲੇ ਨੂੰ ਸਹਾਰਾ ਦਿੰਦੇ ਹੋਏ ਆਪਣੇ ਟਰੱਕ ਦੇ ਪਿਛਲੇ ਪਾਸੇ ਦੇ ਕੰਟੇਨਰ ਵਿੱਚ ਬਿਠਾ ਲਿਆ, ਪਰ ਸ਼ਾਇਦ ਉਹ ਇਹ ਭੁੱਲ ਗਿਆ ਸੀ ਕਿ ਜਿਸ ਥਾਂ 'ਤੇ ਉਸਨੇ ਕੈਲੇ ਨੂੰ ਬਿਠਾਇਆ ਸੀ ਉਹ ਥਾਂ ਕੈਲੇ ਤੋਂ ਇਲਾਵਾ ਕੋਈ ਹੋਰ ਵੀ ਮੌਜੂਦ ਸੀ। ਗੱਡੀ ਸਟਾਰਟ ਕਰ, ਉਸ ਭਲਵਾਨ ਬੰਦੇ ਨੇ ਉੱਚੀ ਆਵਾਜ਼ ਵਿੱਚ ਗਾਣੇ ਲਗਾ ਲਏ। ਸ਼ਾਇਦ ਉਹ ਇਸ ਗੱਲ ਦੀ ਖੁਸ਼ੀ ਮਨਾ ਰਿਹਾ ਸੀ ਕਿ ਅੱਜ ਉਸਦੇ ਹੱਥੋਂ ਦੋ ਚੰਗੇ ਕੰਮ ਹੋਣ ਜਾ ਰਹੇ ਸਨ। ਪਹਿਲਾਂ ਤਾਂ ਇਹ ਕਿ ਉਸਨੇ ਇੱਕ ਜ਼ਖਮੀ ਆਦਮੀ ਨੂੰ ਸਹਾਰਾ ਦੇ ਕੇ ਉਸਨੂੰ ਵਕਤ ਸਿਰ ਹਸਪਤਾਲ ਪਹੁੰਚਾਉਣ ਦਾ ਬੀੜਾ ਚੁੱਕਿਆ ਸੀ, ਜਿਵੇਂ ਕਿ ਉਸਨੇ ਕੁਝ ਦੇਰ ਪਹਿਲਾਂ ਕੈਲੇ ਨੂੰ ਆਖਿਆ ਸੀ, ਅਤੇ ਦੂਜਾ ਕਿ ਛੇਤੀ ਉਸਦੇ ਘਰ ਉਹਦੀ ਬੁੱਢੜੀ ਮਾਂ ਨੂੰ ਆਪਣੇ ਬੁਢਾਪੇ ਦਾ ਸਹਾਰਾ ਮਿਲ ਜਾਣਾ ਸੀ, ਜਿਵੇਂ ਕਿ ਉਹ ਪੰਜਾਬ ਆਪਣੀ ਮਾਂ ਨਾਲ ਵਾਅਦਾ ਕਰਕੇ ਆਇਆ ਸੀ ਕਿ ਛੇਤੀ ਹੀ ਉਹ ਉਸਦੀ ਨੌਂ ਰਾਣੀ ਨੂੰ ਘਰ ਲੈ ਕੇ ਆਏਗਾ, ਯਾਨੀ ਕਿ ਜਲਦ ਹੀ ਵਿਆਹ ਕਰਵਾ ਲਵੇਗਾ। ਸੋ ਜਿਸ ਨੌਂ ਰਾਣੀ ਨੂੰ ਛੇਤੀ ਹੀ ਆਪਣੀ ਮਾਂ ਨਾਲ ਮਿਲਵਾਉਣ ਜਾ ਰਿਹਾ ਸੀ, ਇਹ ਉਹੀ ਸੀ ਜੋ ਭਲਵਾਨ ਬੰਦੇ ਦੇ ਟਰੱਕ ਵਿੱਚ ਪਹਿਲਾਂ ਤੋਂ ਹੀ ਮੌਜੂਦ ਸੀ। ਅੰਦਾਜ਼ਨ ਹੁਣ ਤੱਕ ਦਾ ਦ੍ਰਿਸ਼ ਉਸਨੂੰ ਇੱਕ ਚੰਗਾ ਤੇ ਨੇਕ ਆਦਮੀ ਦੱਸਣ ਲਈ ਕਾਫੀ ਸੀ, ਪਰ ਕੀ ਸੱਚਮੁੱਚ ਉਹ ਬੰਦਾ ਇਹੋ ਜਿਹਾ ਹੀ ਸੀ? 2 ਸਾਲ ਪਹਿਲਾਂ ਤੂੰ ਚੱਲ ਤਾਂ ਸਹੀ, ਵੇਖੀ ਕਿੱਦਾਂ ਨਜ਼ਾਰੇ ਆਉਂਦੇ ਤੇ ਲੋਕ ਠੇਕੇ ਤੋਂ ਬਾਹਰ ਆਉਂਦਿਆਂ ਹੀ ਸ਼ੀਰੇ ਭਲਵਾਨ ਬੰਦੇ ਦੀ ਕੰਧ 'ਤੇ ਤੱਫਾ ਦਿੰਦਿਆਂ ਹੋਇਆ ਕਹਿਣ ਲੱਗਾ। ਇਸ ਵਕਤ ਉਹਦੇ ਚਿਹਰੇ ਦੀ ਮੁਸਕਰਾਹਟ ਉਹਦੀਆਂ ਅੱਖਾਂ ਵਿੱਚ ਪਲ ਰਹੀ ਸੀ। ਸ਼ਰਾਰਤ ਨੂੰ ਦੱਸਣ ਲਈ ਕਾਫੀ ਸੀ। ਰੋਜ਼ ਨਾਲੋਂ ਅੱਜ ਉਸਨੇ ਸ਼ਰਾਬ ਵੀ ਵੱਧ ਪੀਤੀ ਹੋਈ ਜਾਪਦੀ ਸੀ, ਕਿਉਂ ਜੋ ਰੋਜ਼ ਤਾਂ ਉਹ ਆਪਣੇ ਪੱਲਿਓਂ ਪੈਸੇ ਖਰਚ ਕੇ ਅਧੀਆ ਖਰੀਦਦਾ ਸੀ, ਪਰ ਅੱਜ ਉਸਨੂੰ ਪੀਣ ਲਈ ਵੀ ਵਿਦੇਸ਼ੀ ਮਿਲ ਗਈ ਸੀ ਅਤੇ ਪੈਸਾ ਵੀ ਉਹਦੀ ਜੇਬ ਵਿੱਚੋਂ ਇੱਕ ਵੀ ਖਰਚ ਨਹੀਂ ਸੀ ਹੋਇਆ। ਇਹ ਮਿਹਰਬਾਨੀ ਸਾਰੀ ਸ਼ੀਰੇ ਦੀ ਹੀ ਸੀ। ਸ਼ੀਰੇ ਨੇ ਅੱਜ ਆਪਣੀ ਦੋਸਤੀ ਦੇ ਨਾਂ 'ਤੇ ਦਾਵਤ ਦਿੱਤੀ ਸੀ, ਸ਼ਰਾਬ ਦੀ ਦਾਵਤ। ਤਾਜੁਬ ਦੀ ਗੱਲ ਹੈ ਕਿ ਇਹ ਸੀ ਕਿ ਤਰਲੋਕ ਨਾਲ ਮੁਲਾਕਾਤ ਸ਼ੀਰੇ ਦੀ ਅੱਜ ਹੋਈ ਸੀ, ਪਰ ਰਾਤ ਦੀ ਗਹਿਰਾਈ ਨਾਲ ਦੋਵਾਂ ਦੀ ਦੋਸਤੀ ਵੀ ਗਹਿਰੀ ਹੁੰਦੀ ਗਈ। ਤਰਲੋਕ ਭਾਵੇਂ ਕਲਕੱਤੇ ਦਾ ਸਥਾਨਕ ਵਾਸੀ ਸੀ, ਪਰ ਮੂਲ ਰੂਪ ਤੋਂ ਉਹ ਵੀ ਪੰਜਾਬੀ ਹੀ ਸੀ, ਬਿਲਕੁਲ ਸ਼ੀਰੇ ਵਾਂਗ ਹੀ। ਦੋਵਾਂ ਹੀ ਇੰਨੀ ਛੇਤੀ ਦੋਸਤੀ ਪੈ ਜਾਣ ਦਾ ਕਾਰਨ ਇਹ ਵੀ ਸੀ ਕਿ ਦੋਵਾਂ ਦਾ ਇੱਕੋ ਜਿਹਾ ਹੀ ਡਰਾਈਵਰੀ ਦਾ ਸ਼ੀਰਾ ਕਲਕੱਤੇ ਮਾਲ ਡਿਲੀਵਰੀ ਕਰਨ ਆਉਂਦਾ ਸੀ ਅਤੇ ਤਰਲੋਕ ਪੰਜਾਬ ਮਾਲ ਲੈਣ ਲਈ ਜਾਂਦਾ ਸੀ। ਗੱਲ ਤਰਲੋਕ ਦੀ ਕਰੀਏ, ਉਹਦਾ ਇੱਕ ਗੁੱਝਾ ਕਾਰਨ ਸੀ ਕਿ ਸ਼ੀਰੇ ਨੂੰ ਆਪਣਾ ਦੋਸਤ ਬਣਾਉਣ ਦਾ। ਉਹ ਇਹ ਸੀ ਕਿ ਤਰਲੋਕ ਖਾਣ ਪੀਣ ਦਾ ਭੁੱਖਾ ਸੀ। ਉਸ ਲਈ ਜਿੱਥੇ ਵੇਖਾ ਤਵਾ ਪ੍ਰਾਂਤ ਉੱਥੇ ਗਾਵਾਂ ਸਾਰੀ ਰਾਤ ਵਾਲੀ ਅਖਾਣ ਬੜੇ ਹੀ ਚੰਗੇ ਤਰੀਕੇ ਢੁੱਕਦੀ ਸੀ। ਦਿਨ ਦੇ ਵੇਲੇ ਦੱਬ ਕੇ ਕੰਮ ਕਰਨਾ ਅਤੇ ਰਾਤ ਦੇ ਵੇਲੇ ਮਨ ਦੀ ਮੌਜ ਵਿੱਚ ਰਹਿਣਾ ਉਹਦੇ ਨਿਤਨਾਮ ਵਿੱਚ ਸ਼ੁਮਾਰ ਸੀ। ਉਸਨੂੰ ਰੰਗ ਤਮਾਸ਼ੇ ਵੇਖਣ ਦਾ ਵੀ ਬਹੁਤ ਸ਼ੌਂਕ ਸੀ। ਛੁੱਟੀ ਵਾਲੇ ਦਿਨ ਉਹ ਜ਼ਰੂਰ ਥੀਏਟਰ ਜਾਂਦਾ ਸੀ, ਜਦ ਕਿ ਹਫ਼ਤੇ ਵਿੱਚ 1 ਜਾਂ 2 ਵਾਰੀ ਸ਼ੁਗਲ ਮੇਲਾ ਵੇਖਣ। ਅੱਜ ਵੀ ਉਹ ਸ਼ੁਗਲ ਮੇਲਾ ਵੇਖਣ ਹੀ ਜਾ ਰਿਹਾ ਸੀ, ਪਰ ਐਤਕੀ ਉਹਦੇ ਨਾਲ ਉਹਦਾ ਨਵਾਂ ਬਣਿਆ ਦੋਸਤ ਸ਼ੀਰਾ ਵੀ ਸੀ, ਜਿਸ ਨੂੰ ਹਲੇ ਤੱਕ ਤਰਲੋਕ ਨੇ ਇਹ ਨਹੀਂ ਸੀ ਦੱਸਿਆ ਕਿ ਉਹ ਉਸ ਨੂੰ ਲਿਜਾ ਕਿੱਥੇ ਜਾ ਰਿਹਾ ਸੀ। ਥੋੜ੍ਹੀ ਹੀ ਦੇਰ ਨੂੰ ਦੋਵੇਂ ਸ਼ਹਿਰ ਦੀ ਇੱਕ ਭੀੜੀ ਜਿਹੀ ਗਲੀ ਵਿੱਚ ਜਾ ਕੇ ਵੜ ਗਏ। ਓਏ, ਕਿੱਥੇ ਲੈ ਆਇਆ ਤੂੰ ਮੈਨੂੰ? ਸ਼ੀਰੇ ਨੇ ਇਹੋ ਜਿਹੀ ਜਗ੍ਹਾ ਪਹਿਲਾਂ ਕਦੇ ਨਹੀਂ ਸੀ ਦੇਖੀ।
ਇਹ ਗਲੀ ਭੀੜੀ ਭਾਵੇਂ ਸੀ, ਪਰ ਇਸ ਗਲੀ ਵਿੱਚ ਰਹਿਣ ਵਾਲਿਆਂ ਦੀ ਦਤਾਰ ਇਸ ਤੋਂ ਵੀ ਵੱਧ ਕੀਤੀ ਸੀ। ਰਹਿਣ ਵਾਲਿਆਂ ਵਿੱਚੋਂ ਬਹੁਤੀਆਂ ਤਾਂ ਜਨਾਨੀਆਂ ਹੀ ਸਨ, ਜਿਨ੍ਹਾਂ ਦਾ ਮੁੱਖ ਧੰਦਾ ਇੱਥੇ ਰੰਗ ਤਮਾਸ਼ੇ ਵਿਖਾਉਣਾ ਹੀ ਸੀ। ਤੂੰ ਮੁਜਰਾ ਦਿਖਾਉਣ ਲਈ ਲਿਆਇਆ ਇੱਥੇ? ਸਥਿਤੀ ਤੋਂ ਸ਼ੀਰੇ ਨੂੰ ਥੋੜ੍ਹਾ ਬਹੁਤ ਅੰਦਾਜ਼ਾ ਹੋਣ ਲੱਗਾ ਸੀ ਕਿ ਉਹ ਇਸ ਵਕਤ ਇਹੋ ਜਿਹੀ ਥਾਂ 'ਤੇ ਸੀ। ਆਹੋ, ਕਿਉਂ, ਕੀ ਹੋਇਆ? ਕਦੇ ਵੇਖਿਆ ਨਹੀਂ ਕਿ ਤੈਂ? ਤਰਲੋਕ ਨੇ ਅੱਖਾਂ ਨਚਾਉਂਦੇ ਹੋਏ ਪੁੱਛਿਆ। ਨਹੀਂ, ਨਾਲੇ ਮੈਂ ਵੇਖਣਾ ਵੀ ਨਹੀਂ। ਚੱਲ ਚੱਲੀਏ ਇੱਥੋਂ। ਸ਼ੀਰਾ ਜਿੰਨੀ ਛੇਤੀ ਹੋ ਸਕੇ ਇਸ ਥਾਂ ਤੋਂ ਬਾਹਰ ਨਿਕਲਣਾ ਚਾਹੁੰਦਾ ਸੀ, ਭਾਵੇਂ ਇਸ ਭੀੜੀ ਗਲੀ ਵਿੱਚ ਉਸਦਾ ਦਮ ਘੁੱਟ ਰਿਹਾ ਹੋਵੇ। ਹਾ ਕਮਲਿਆ, ਡਰਦਾ ਕਾਹਤੋਂ ਐ? ਚੰਗਾ, ਉਹ ਦੇਖੋ ਖਿੜਕੀ ਲਾਗੇ ਲੱਗੇ ਗੋਲ ਜੈ ਲਾਟੂ ਨਾਲ ਚੱਲਣ ਵਾਲੇ ਰੰਗ ਬਿਰੰਗੇ ਬਲਬ। ਆਪਾਂ ਭਰਾਵਾ ਉੱਥੇ ਹੀ ਜਾਣਾ। ਉਹੀਓ ਮੰਜ਼ਿਲ ਹੈ ਆਪਣੀ। ਕੁਝ ਸਮਝਿਆ ਕਿ ਨਹੀਂ? ਤਰਲੋਕ ਮੁਸਕੜਿਆਂ ਜਿਹਾ ਹੱਸਿਆ। ਕੋਈ 10 ਕੁ ਦਰਵਾਜ਼ੇ ਛੱਡ ਕੇ ਹੀ ਇਹ ਖਿੜਕੀ ਆਉਂਦੀ ਸੀ, ਜਾਣੀ ਕਿ ਸ਼ੀਰਾ ਤੇ ਤਰਲੋਕ ਆਪਣੀ ਮੰਜ਼ਿਲ 'ਤੇ ਕੋਈ ਬਹੁਤਾ ਦੂਰ ਨਹੀਂ ਸਨ। 5 ਕੁ ਮੰਜ਼ਿਲਾਂ ਦੀ ਇੱਕ ਵੱਡੀ ਸਾਰੀ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਇਹ ਖਿੜਕੀ ਮੌਜੂਦ ਸੀ, ਜੋ ਬਾਹਰ ਬੀਹੀ ਵੱਲ ਨੂੰ ਖੁੱਲ੍ਹਦੀ ਸੀ। ਇਮਾਰਤ ਦੀ ਇਸ ਮੰਜ਼ਿਲ 'ਤੇ 3 ਕਮਰੇ ਮੌਜੂਦ ਸਨ, 2 ਛੋਟੇ ਕਮਰੇ ਤੇ ਇੱਕ ਵੱਡਾ ਹਾਲ ਕਮਰਾ। ਇਹ ਹਾਲ ਕਮਰਾ ਹੀ ਬੇਤਾਬੀ ਦੀ ਮਹਿਫਲ ਵਿੱਚ ਸਜਾਇਆ ਜਾਂਦਾ ਸੀ, ਜਿੱਥੇ ਕਿ ਉਸ ਸਮੇਂ ਕੁਝ ਔਰਤਾਂ ਵੀ ਮੁਜਰਾ ਕਰਦੀਆਂ ਸਨ। ਬੇਤਾਬੀ ਆਪਣੇ ਇਲਾਕੇ ਦੀ ਸਭ ਤੋਂ ਮਸ਼ਹੂਰ ਮੁਜਰੇ ਵਾਲੀ ਸੀ। ਬੇਸ਼ੱਕ ਉਹ ਇੰਨੀ ਖੂਬਸੂਰਤ ਤਾਂ ਨਹੀਂ ਸੀ, ਪਰ ਉਹਦੇ ਨੈਣ ਨਕਸ਼ ਇੰਨੇ ਦਿਲਕਸ਼ ਸਨ ਕਿ ਹਰ ਕੋਈ ਉਸ ਦੀਆਂ ਅਦਾਵਾਂ ਦਾ ਕਾਇਲ ਹੋ ਜਾਂਦਾ ਸੀ। ਜਦ ਦੋਵੇਂ ਦੋਸਤ ਤੀਜੀ ਮੰਜ਼ਿਲ 'ਤੇ ਇਸ ਹਾਲ ਕਮਰੇ 'ਚ ਪਹੁੰਚੇ ਤਾਂ ਮਹਿਫਲ ਪਹਿਲਾਂ ਹੀ ਸਜੀ ਪਈ ਸੀ। ਮੁਜਰਾ ਵੇਖਣ ਆਏ ਲੋਕਾਂ ਦਾ ਤਾਂਤਾ ਲੱਗਿਆ ਪਿਆ ਸੀ। ਬਹੁਤੇ ਤਾਂ ਇਹਨਾਂ ਵਿੱਚੋਂ ਅਮੀਰ ਘਰਾਣੇ ਦੇ ਹੀ ਸਨ, ਕੁਝ ਕੁ ਮੱਧ ਵਰਗੇ ਵੀ ਹੋਣਗੇ, ਜਦਕਿ ਨਿਹਾਇਤੀ ਨਿਖੱਟੂ ਤਾਂ 1-2 ਹੀ ਸਨ। ਉਂਝ ਬਿਨਾਂ ਪੈਸਾ ਇੱਥੇ ਕਿਸੇ ਨੂੰ ਵੀ ਖੜਨ ਦੀ ਇਜਾਜ਼ਤ ਤਾਂ ਨਹੀਂ ਸੀ, ਪਰ ਇਹ ਨਿਖੱਟੂ ਬੇਤਾਬੀ ਦੇ ਖਾਸ ਸਨ। ਉਹ ਇਸ ਲਈ ਇਹ ਬੇਤਾਬੀ ਲਈ ਗ੍ਰਾਹਕ ਜੋੜਨ ਦਾ ਕੰਮ ਕਰਦੇ ਸਨ। ਕਿਉਂ ਆਏ ਫੇਰ ਨਜ਼ਾਰੇ? ਮੁਜਰਾ ਖਤਮ ਹੋਇਆ ਤਾਂ ਇਮਾਰਤ ਤੋਂ ਬਾਹਰ ਆਉਂਦੇ ਵਕਤ ਤਰਲੋਕ ਸ਼ੀਰੇ ਦਾ ਚਿਹਰਾ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗਾ। ਇਸ ਵਕਤ ਉਸਨੂੰ ਸ਼ੀਰੇ ਦੀਆਂ ਅੱਖਾਂ ਵਿੱਚ ਇੱਕ ਅਲੱਗ ਹੀ ਚਮਕ ਦਿਖਾਈ ਦੇ ਰਹੀ ਸੀ। ਹਾਂ, ਸ਼ੀਰੇ ਨੇ ਬੜਾ ਹੀ ਮਾਣ ਮਹਿਸੂਸ ਕਰਦੇ ਨੇ ਜਵਾਬ ਦਿੱਤਾ, ਜਿਵੇਂ ਅੱਜ ਦੀ ਮਹਿਫਲ ਦਾ ਖਾਸ ਮਹਿਮਾਨ ਉਹੀਓ ਰਹਿ ਚੁੱਕਾ ਹੋਵੇ। ਲਿਆ ਫਿਰ, ਦੇ ਟਕਾ, ਜੋ ਕਿ ਪੈਸਾ। ਤਰਲੋਕ ਨੂੰ ਹੁਣ ਸ਼ੀਰੇ ਪਾਸੋਂ ਪੈਸੇ ਮਿਲਣ ਦੀ ਝਾਕ ਸੀ, ਜਿਸ ਨੂੰ ਕਿ ਉਹ ਆਪਣਾ ਕਮਿਸ਼ਨ ਹੀ ਸਮਝਦਾ ਸੀ। ਹਾਂ, ਆ ਲੈ ਫੜ। ਅੱਜ ਤਾਂ ਤੂੰ ਪਤੰਦਰਾ ਖੁਸ਼ ਕੀਤਾ ਏ। ਜੇਬ ਵਿੱਚੋਂ ਢੇਰ ਸਾਰੇ 100 ਦੇ ਨੋਟ ਕੱਢਦਾ ਸ਼ੀਰਾ ਮੁਸਕਰਾਉਂਦਾ ਹੋਇਆ ਬੋਲਿਆ। ਤਰਲੋਕ ਨੇ ਵੇਖਿਆ ਕਿ ਸ਼ੀਰਾ ਕਾਫੀ ਮਾਲਦਾਰ ਬੰਦਾ ਸੀ। ਉੱਤੋਂ ਪੈਸੇ ਪੂਸੇ ਖਰਚਣ ਕੰਨਿਓ ਵੀ ਉਹ ਹੱਥ ਢਿੱਲਾ ਨਹੀਂ ਸੀ ਕਰਦਾ। ਐਤਕੀ ਵੀ ਉਸਨੇ ਜਿੰਨੇ ਨੋਟ ਉਹਦੇ ਹੱਥ ਵਿੱਚ ਆਏ ਜੇਬ ਵਿੱਚੋਂ ਕੱਢ ਕੇ ਤਰਲੋਕ ਦੇ ਹੱਥ ਥਮਾ ਦਿੱਤੇ ਸਨ। ਮਹਿਫਲ ਦੀ ਸਮਾਪਤੀ 'ਤੇ ਹੁਣ ਦੋਵੇਂ ਦੋਸਤ ਆਪਣੇ ਆਪਣੇ ਟਿਕਾਣਿਆਂ ਵੱਲੋਂ ਵਗ ਤੁਰੇ ਸਨ। ਰਾਤੀ ਸ਼ੀਰੇ ਨੂੰ ਚੱਜ ਨਾਲ ਨੀਂਦ ਨਹੀਂ ਸੀ ਆਈ। ਸੁਪਨਾ ਸੀ ਜਾਂ ਹਕੀਕਤ, ਪਰ ਇੱਕ ਚਿਹਰਾ ਵਾਰ-ਵਾਰ ਉਹਦੀਆਂ ਅੱਖਾਂ ਸਾਹਮਣੇ ਘੁੰਮਦਾ ਜਾ ਰਿਹਾ ਸੀ। ਇਹ ਹੋਰ ਨਹੀਂ ਕੋਈ, ਬਲਕਿ ਉਹ ਮੁਜਰੇ ਵਾਲੀ ਹੀ ਸੀ। ਅਗਲੀ ਰਾਤ ਵੀ ਸ਼ੀਰਾ ਤਰਲੋਕ ਨੂੰ ਆ ਕੇ ਬੇਤਾਬੀ ਦੀ ਮਹਿਫਲ ਵਿੱਚ ਸ਼ਰੀਕ ਹੋਣ ਲਈ ਗਿਆ ਸੀ। ਹੁਣ ਤੋਂ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਣ ਵਾਲਾ ਸੀ। ਤੇਰਾ ਪਰਿਵਾਰ ਕਿੱਥੇ ਆ ਬੇਤਾਬੀ? ਅੱਜ ਸ਼ੀਰਾ ਬੇਤਾਬੀ ਨੂੰ ਬਾਹਰ ਘੁਮਾਉਣ ਲਈ ਲਿਆਇਆ ਸੀ। ਉਹ ਬਹੁਤ ਮੁਸ਼ਕਿਲ ਨਾਲ ਹੀ ਮੰਨੀ ਸੀ, ਪਰ ਕਿਉਂ ਜੋ ਸ਼ੀਰਾ ਉਹਦੀ ਮਹਿਫਲ ਦਾ ਰੋਜ਼ ਦਾ ਮਹਿਮਾਨ ਸੀ, ਤਾਂ ਬੇਤਾਬੀ ਵੀ ਉਸ ਨੂੰ ਮਨਾ ਨਹੀਂ ਕਰ ਪਾਈ। ਉਹ ਸ਼ੀਰੇ ਨਾਲ ਬਾਹਰ ਚੱਲਣ ਨੂੰ ਰਾਜ਼ੀ ਤਾਂ ਹੋ ਚੱਲੀ ਸੀ। ਜਦ ਉਹ ਦੋਵੇਂ ਜਣੇ ਬਾਹਰ ਕਿਸੇ ਪਾਰਕ ਵਿੱਚ ਬੈਠੇ ਗੱਲਾਂ ਕਰ ਰਹੇ ਸਨ, ਤਾਂ ਸ਼ੀਰੇ ਨੇ ਅਣਜਾਣੇ ਦੀ ਹੀ ਬੇਤਾਬੀ ਦੀ ਦੁੱਖ ਦੀ ਰਗ 'ਤੇ ਉਂਗਲ ਧਰ ਦਿੱਤੀ ਸੀ। ਜਦ ਕਿ ਅਹਿਸਾਸ ਉਸਨੂੰ ਬੇਤਾਬੀ ਦੀ ਸੱਜੀ ਅੱਖ ਤੋਂ ਛਲਕੇ ਅੱਥਰੂ ਨੂੰ ਵੇਖ ਕੇ ਹੋਇਆ ਸੀ। ਉਸਨੇ ਉਸੇ ਵਕਤ ਸਿਰ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਗੱਲਾਂ ਦਾ ਰੁਖ ਬਦਲ ਲਿਆ ਸੀ। ਅੱਛਾ ਬੇਤਾਬੀ, ਇੱਕ ਦਿਨ 'ਚ ਤੂੰ ਕਿੰਨਾ ਕੁ ਕਮਾ ਲੈਂਦੀ ਹੈ? ਇਹ ਸਵਾਲ ਸ਼ੀਰੇ ਨੇ ਸਹਿਜ ਸੁਭਾਅ ਪੁੱਛਿਆ ਸੀ, ਪਰ ਉਸਨੂੰ ਨਹੀਂ ਸੀ ਪਤਾ ਕਿ ਉਹ ਅਣਜਾਣੇ ਵਿੱਚ ਹੀ ਇੱਕ ਬੇਢੰਗਾ ਜਿਹਾ ਸਵਾਲ ਪੁੱਛ ਬੈਠਾ ਸੀ। दिन में कहाँ कमाती हूँ साहब, कमाई तो रात को ही होती है। एक गंभीर जी मुस्कुराहट बेताबी ਦੇ ਚਿਹਰੇ 'ਤੇ ਨਸ਼ਰ ਹੋਣ ਲੱਗੀ ਸੀ। ਇੱਥੇ ਤੇਰਾ ਕੋਈ ਦੋਸਤ ਮਿੱਤਰ ਵੀ ਏ ਜਾਂ ਇਕੱਲੀ ਰਹਿੰਦੀ ਏ? ਸ਼ੀਰਾ ਜਿਵੇਂ ਅੱਜ ਹੀ ਬੇਤਾਬੀ ਬਾਰੇ ਸਭ ਕੁਝ ਜਾਣ ਲੈਣਾ ਚਾਹੁੰਦਾ ਸੀ। हाँ है ना, एक है संगीता और दूसरी है जायसी, दोनों मेरे साथ ही रहती है दूसरे माले पर, बेताबी ने निझिझक होके दसिया। बाकी कहानी कल अगली भाग विच।